ਪੰਜਾਬ ਵਿੱਚ 2022 ਦੀਆਂ ਇਲੈਕਸ਼ਨ ਦੇ ਸੰਬੰਧ ਵਿੱਚ ਜੋੜ ਤੋੜ ਜਿਹੜੇ ਇਸ ਵੇਲੇ ਸਿਖਰ ਤੇ ਆ, ਸਾਰੀਆਂ ਸਿਆਸੀ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਵੋਟਰਾਂ ਨੂੰ ਭਰਮਾਉਣ ਦੇ ਵਿੱਚ ਜੁਟੀਆਂ ਹੋਈਆਂ। ਵੋਟਰਾਂ ਨੂੰ ਵੱਖਰੇ ਵੱਖਰੇ ਲੁਭਾਵਣੇ ਨਾਅਰੇ ਦਿੱਤੇ ਜਾ ਰਹੇ ਆ, ਆਪਦੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜ ਸੱਤਾ ਤੇ ਕਾਬਜ਼ ਹੋਣ ਦੇ ਹੱਥ ਕੰਡੇ ਬਣਾਏ ਜਾ ਰਹੇ ਆ। ਕੌਣ ਇਹਦੇ ਵਿੱਚ ਕਾਮਯਾਬ ਹੋਏਗਾ, ਕੌਣ ਨਹੀਂ, ਲੋਕਾਂ ਨੂੰ ਕੀ ਕਰਨਾ ਚਾਹੀਦਾ, ਇਸ ਮੁੱਦੇ ਦੇ ਉੱਤੇ ਵਿਚਾਰ ਕਰਨ ਵਾਸਤੇ ਵਾਇਸ ਆਫ ਇੰਡੀਆ ਤੇ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ ਜੀ। ਤੇ ਸਾਡੇ ਮਹਿਮਾਨ ਨੇ ਪ੍ਰੋਫੈਸਰ ਰਵਿੰਦਰ ਸਿੰਘ ਬਰਾੜ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ, ਕੀ ਲੱਗਦਾ ਇਲੈਕਸ਼ਨ ਤਾਂ ਜੀ ਦੂਰ ਲੱਗਦੀਆਂ ਸੀ ਮੈਨੂੰ, ਪਰ ਇਹ ਇਸ ਤਰੀਕੇ ਦੀ ਪ੍ਰਕਿਰਿਆ ਜਿਹੜੀ ਰੌਲਾ ਰੱਪਾ ਜਿਹੜਾ ਸੀ ਉਹ ਐਡਵਾਂਸ ਹੀ ਸ਼ੁਰੂ ਹੋ ਗਿਆ। ਸ਼ਾਇਦ ਸਾਰੀਆਂ ਹੀ ਰਾਜ ਕਰਦੀ ਪਾਰਟੀ ਨੂੰ ਲੱਗਦਾ ਹੁੰਦਾ ਕਿ ਜਿਹੜੀ ਸਾਡੀ ਕੁਰਸੀ ਹੈ ਇਹ ਹੱਥੋਂ ਖਿਸਕ ਨਾ ਜਾਏ, ਥੱਲਿਓਂ ਨਿਕਲ ਨਾ ਜਾਏ। ਦੂਜੀ ਧਿਰ ਦੀ ਕੋਸ਼ਿਸ਼ ਹੁੰਦੀ ਹੈ ਕਿ ਐਤਕੀ ਧੱਕਾ ਮਾਰ ਕੇ ਇਹਨਾਂ ਨੂੰ ਸੁੱਟ ਦੇਣਾ ਤੇ ਖੁਦ ਕਾਬਜ਼ ਹੋਣਾ। ਪੰਜਾਬ ਦੀ ਆਪਾਂ ਹਾਲਤ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਕੈਪਟਨ ਸਰਕਾਰ ਤੋਂ ਪਹਿਲਾਂ ਇੱਕ ਗੱਲ ਦੀ ਮੈਂ ਤੁਹਾਡੇ ਕੋਲੋਂ ਹੋਰ ਕਲੈਰੀਫਿਕੇਸ਼ਨ ਲੈਣੀ ਚਾਹੁੰਦਾ। ਕੋਈ ਜ਼ਮਾਨਾ ਹੁੰਦਾ ਸੀ ਜੀ, ਉਦੋਂ ਪੰਜਾਬ ਸਰਕਾਰ ਕਿਹਾ ਜਾਂਦਾ ਸੀ, ਭਾਰਤ ਸਰਕਾਰ ਕਿਹਾ ਜਾਂਦਾ ਸੀ। ਜਦੋਂ ਭਾਰਤ ਦੀ ਸਰਕਾਰ ਦੇ ਵਿੱਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਤੇ ਫਿਰ ਇੰਦਰਾ ਸਰਕਾਰ ਕਹਿਣ ਲੱਗ ਪਏ। ਇੱਦਾਂ ਹੀ ਪੰਜਾਬ ਵਿੱਚ ਬਾਦਲ ਸਰਕਾਰ, ਕੈਪਟਨ ਸਰਕਾਰ, ਹਾਂਜੀ ਕੈਪਟਨ ਸਰਕਾਰ, ਯਾਨੀ ਪੰਜਾਬ ਸਰਕਾਰ ਕੋਈ ਨਹੀਂ ਕਹਿੰਦਾ। ਠੀਕ ਹੈ ਜੀ। ਹੁਣ ਕੈਪਟਨ ਸਰਕਾਰ ਜਦੋਂ ਬਣੀ, ਉਹਨੇ ਕੀ ਕੀਤਾ ਕੀ ਨਹੀਂ ਕੀਤਾ ਇਹਦੀ ਪੁਣ ਛਾਣ ਵੱਡੇ ਪੱਧਰ ਤੇ ਹੋਣੀ ਸ਼ੁਰੂ ਹੋ ਗਈ। ਲੋਕ ਕਰਨ ਲੱਗ ਪਏ, ਵਿਰੋਧੀ ਪਾਰਟੀਆਂ ਕਰਨ ਲੱਗ ਪਈਆਂ। ਇਹ ਤੋਂ ਪਹਿਲਾਂ ਜਿਹੜੇ ਸੀ ਬਾਦਲ ਸਾਹਿਬ ਕਾਬਜ਼ ਸੀ, ਉਦੋਂ ਅਕਾਲੀ ਦਲ ਤੇ ਬੀਜੇਪੀ ਦੀ ਸਾਂਝ ਸੀ। ਬੀਜੇਪੀ ਨਾਲੋਂ ਪਤਾ ਨਹੀਂ ਕਿਹੜੀ ਗੱਲੋਂ ਤੋੜ ਵਿਛੋੜਾ ਹੋ ਗਿਆ। ਦੇਖਣ ਨੂੰ ਦੱਸਣ ਨੂੰ ਉਹ ਪਾਰਟੀ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਮੁੱਦੇ ਤੇ ਬੀਜੇਪੀ ਨਾਲੋਂ ਤੋੜ ਵਿਛੋੜਾ ਕਰ ਲਿਆ, ਕਿਉਂਕਿ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾ ਦਿੱਤੇ ਸੀ ਜਿਹਨਾਂ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ ਸੀਗਾ। ਇਹ ਕਿਸਾਨਾਂ ਦੇ ਹੱਕ ਵਿੱਚ ਕਾਨੂੰਨ ਨਹੀਂ ਹੈਗੇ, ਉਹਨਾਂ ਦੇ ਖਿਲਾਫ ਹੈਗੇ ਤੇ ਬੀਜੇਪੀ ਨਾਲੋਂ ਅਸੀਂ ਤੋੜ ਵਿਛੋੜਾ ਕਰ ਲਿਆ ਇਸ ਕਰਕੇ ਕਿਉਂਕਿ ਅਸੀਂ ਤਾਂ ਕਿਸਾਨਾਂ ਦੀ ਪਾਰਟੀ ਹਾਂ। ਦੂਜੇ ਪਾਸੇ ਉਹਨਾਂ ਨੇ ਬਹੁਤ ਪੁਰਾਣੀ ਸਾਂਝ ਵਾਲੀ ਇੱਕ ਹੋਰ ਪਾਰਟੀ ਜਿਹੜੀ ਸੀ ਬਹੁਜਨ ਸਮਾਜ ਪਾਰਟੀ, ਉਹਦੇ ਨਾਲ ਦੁਬਾਰਾ ਗੰਢ ਧੁੱਪ ਕਰ ਲਈ। ਸੀਟਾਂ ਦੀ ਵੰਡ ਵੀ ਹੋ ਗਈ, ਅਨਾਊਂਸ ਵੀ ਕਰਤਾ ਕਿਹੜਾ ਕਿੱਥੋਂ ਖੜਾ ਹੋਊਗਾ। ਭਾਵੇਂ ਉਹ ਕਿਸੇ ਨੂੰ ਗੱਲ ਨੂੰ ਚੰਗੀ ਲੱਗੀ ਹੋਵੇ, ਭਾਵੇਂ ਨਹੀਂ। ਦੋਨਾਂ ਪਾਰਟੀਆਂ 'ਚ ਜਿਹੜੀ ਆ ਇਸ ਵੇਲੇ ਫਰਸਟ੍ਰੇਸ਼ਨ ਹੈਗੀ ਆ ਕਿ ਬੀਜੇਪੀ ਉਹ ਜਿਹੜੇ BSP ਵਾਲੇ, ਬਹੁਜਨ ਸਮਾਜ ਪਾਰਟੀ ਵਾਲੇ, ਉਹ ਵੀ ਬਹੁਤੇ ਖੁਸ਼ ਨਹੀਂ ਹੈ ਤੇ ਅਕਾਲੀ ਲੀਡਰ ਵੀ ਬਹੁਤੇ ਖੁਸ਼ ਨਹੀਂ ਹੈ। ਉਹ ਦੋ ਸਮਝੌਤਾ ਕਿਹਨੇ ਕੀਤਾ? ਦੋ ਪਾਰਟੀਆਂ ਨੇ ਕੀਤਾ ਕਿ ਦੋ ਬੰਦਿਆਂ ਨੇ ਕੀਤਾ? ਅਜੇ ਇਹ ਗੱਲਾਂ ਵੀ ਸਾਹਮਣੇ ਆਉਣ ਵਾਲੀਆਂ। ਬੀਜੇਪੀ ਦੀ ਕੀ ਹਾਲਤ ਹੈ? ਉਹਨਾਂ ਦੇ ਲੀਡਰਾਂ ਨੂੰ ਤਾਂ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ, ਭਜਾ ਕੇ ਮਾਰਿਆ ਜਾਂਦਾ। ਰਹੀ ਗੱਲ ਕਾਂਗਰਸ ਦੀ, ਤਕੜੀ ਫੁੱਟ ਦਾ ਸ਼ਿਕਾਰ ਹੋਈ ਹੈ। ਇਸ ਸਾਰੇ ਕੁਛ ਦੇ ਵਿੱਚ ਜਿਹੜਾ ਮੇਨ ਧਿਆਨ ਦੇਣ ਵਾਲਾ ਮੁੱਦਾ ਉਹ ਇਹ ਹੈ ਜੀ, ਰਾਜਨੀਤਿਕ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਉੱਲੂ ਬਣਾਉਣ ਦੇ ਲਈ ਯਤਨਸ਼ੀਲ ਹੈ। ਉਹ ਕਿੰਨੀਆਂ ਕੁ ਕਾਮਯਾਬ ਹੁੰਦੀਆਂ, ਕਿੰਨੀਆਂ ਕੁ ਨਹੀਂ ਹੁੰਦੀਆਂ, ਹੁਣ ਤੱਕ ਤਾਂ ਮੰਗਤੇ ਬਣਾ ਕੇ ਰੱਖੇ ਸਰਕਾਰਾਂ ਨੇ। ਗਾਂ ਜਿਹੜੀ ਇੱਕ ਪਾਰਟੀ ਆਪਣੇ ਆਪ ਨੂੰ ਕਹਿੰਦੀ ਸੀਗੀ ਕਿ ਅਸੀਂ ਤਾਂ ਇੱਕ ਰੈਵੋਲੂਸ਼ਨ ਲੈ ਕੇ ਆਉਣਾ, ਅਸੀਂ ਰਾਜਨੀਤੀ ਨਹੀਂ ਕਰਦੇ, ਉਸ ਪਾਰਟੀ ਨੇ ਵੀ ਨਵਾਂ ਗੁੱਲ ਖਿਲਾਤਾ। ਉਹ ਕਹਿੰਦੇ ਜੀ 200 ਯੂਨਿਟ ਦੀ ਬਜਾਏ ਅਸੀਂ 300 ਯੂਨਿਟ ਮੁਫਤ ਦੇਵਾਂਗੇ। ਇਹ ਸਾਰਾ ਕੁਛ ਕੀ ਹੈ ਜੀ? ਮੈਂ ਜ਼ਿਆਦਾ ਬੋਲ ਗਿਆ, ਗੱਲ ਤੁਸੀਂ ਵੈਸੇ ਕਰਨੀ ਸੀ। ਮੈਂ ਭੂਮਿਕਾ ਬੰਨ੍ਹੀ ਆ ਕਿ ਇਹ ਪੰਜਾਬ ਵਿੱਚ ਸਾਡੇ 'ਚ ਹੋ ਰਿਹਾ। ਮਿਸਟਰ MP ਸਿੰਘ ਜੀ, ਤੁਸੀਂ ਬੜੀ ਲੌਜੀਕਲ ਭੂਮਿਕਾ ਬੰਨ੍ਹੀ ਹੈ ਔਰ ਇਸ ਇਸ਼ੂ ਨੂੰ ਅੰਡਰਸਟੈਂਡ ਕਰਨ ਵਾਸਤੇ ਇਸ ਭੂਮਿਕਾ ਦੀ ਬਹੁਤ ਜ਼ਰੂਰਤ ਵੀ ਹੈ, ਕਿਉਂਕਿ ਸਾਰੇ ਦਰਸ਼ਕਾਂ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਾਰੀ ਬੈਕਗਰਾਊਂਡ ਨਹੀਂ ਪਤਾ ਹੁੰਦੀ। ਮੈਂ ਜੋ ਅੱਜ ਇਸ਼ੂ ਸੀਗਾ ਮੇਰਾ, ਜੋ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਸੀ, ਉਹ ਸੀ ਕਿ ਮੈਨੀਫੈਸਟੋ ਫਾਰ ਪੋਲੀਟੀਕਲ ਪਾਵਰ। ਮੈਨੀਫੈਸਟੋ ਇੱਕ ਸਟੇਟਮੈਂਟ ਆਫ ਆਬਜੈਕਟਿਵਸ ਹੁੰਦੀ ਹੈ, ਸਟੇਟਮੈਂਟ ਆਫ ਮੋਟਿਵਸ ਹੁੰਦੀ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਠੀਕ ਹੈ। ਇੱਥੋਂ ਹੀ ਰਾਜਨੀਤੀ ਦਾ ਜਿਹੜਾ ਨੈਰੇਟਿਵ ਸ਼ੁਰੂ ਹੁੰਦਾ ਹੈ। ਪਿਛਲੇ ਦਿਨਾਂ ਦੇ ਵਿੱਚ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਆਏ, ਉਹਨਾਂ ਨੇ ਕੁਝ ਅਨਾਊਂਸਮੈਂਟਸ ਕੀਤੀਆਂ। ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਉਹ ਵੀ ਫੀਲਡ ਵਿੱਚ ਨੇ, ਉਹ ਵੀ ਆਪਣੀਆਂ ਗੱਲਾਂ ਕਹਿ ਰਹੇ ਨੇ। ਤਾਂ ਸਾਰੇ ਪੰਜਾਬ ਦੇ ਵਿੱਚ ਇੱਕ ਗਰਮਾ ਗਰਮ ਮਾਹੌਲ ਹੈ ਰਾਜਨੀਤੀ ਦਾ। ਰਾਜਨੀਤੀ ਦੇ ਦੋ ਪੱਖ ਨੇ, ਇੱਕ ਤਾਂ ਹੈ ਵਿਰੋਧੀਆਂ ਨੂੰ ਨਿੰਦਣਾ ਤੇ ਇੱਕ ਆਪਣੀਆਂ ਪੋਜ਼ਿਟਿਵ ਗੱਲਾਂ ਕਹਿਣੀਆਂ। ਮੈਂ ਜ਼ਿਆਦਾ ਫੋਕਸ ਜਿਹੜਾ ਹੈਗਾ ਉਹ ਪੋਜ਼ਿਟਿਵ ਗੱਲਾਂ ਵੱਲ ਕਰਨੀਆਂ ਚਾਹੁੰਦਾ। ਠੀਕ ਹੈ।
ਜਦੋਂ ਅਰਵਿੰਦ ਕੇਜਰੀਵਾਲ ਆਏ ਤਾਂ ਉਹਨਾਂ ਨੇ ਆਉਣ ਸਾਰ ਇੱਕ ਅਨਾਉਂਸਮੈਂਟ ਕਰਤੀ, ਕਿਉਂਕਿ ਪੰਜਾਬ ਵਿੱਚ ਬਿਜਲੀ ਦਾ ਕ੍ਰਾਈਸਿਸ ਸੀ। ਤੋ ਜੀ ਅਸੀਂ 300 ਯੂਨਿਟ ਜਿਹੜੇ ਹੈਗੇ ਆ ਉਹ ਫ੍ਰੀ ਦੇਵਾਂਗੇ। ਇਹ ਸਮਝਦੇ ਉਹਨਾਂ ਨੇ ਆਪਦੇ ਮੈਨੀਫੈਸਟੋ ਦਾ ਪਹਿਲਾ ਪੁਆਇੰਟ ਜਿਹੜਾ ਹੈਗਾ ਉਹ, ਜਦੋਂ ਮੈਂ ਇਹਦਾ ਐਨਾਲਿਸਿਸ ਕਰ ਰਿਹਾ ਸੀਗਾ, ਉਹਦੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ 3-4 ਸਾਲ ਸਾਨੂੰ ਲੱਗਣਗੇ ਤਾਂ ਫਿਰ ਜਿਹੜੀ ਬਿਜਲੀ ਹੈਗੀ ਹੈ 24 ਘੰਟੇ ਜਿਹੜੀ ਹੈਗੀ ਆ ਦਿੱਤੀ ਜਾ ਸਕੂਗੀ। ਬਾਈ ਡਿਫਾਲਟ ਇੱਕ ਗੱਲ ਤਾਂ ਇਹ ਮੰਨੀ ਗਈ ਕਿ ਬਿਜਲੀ ਹੈ ਨਹੀਂ, ਪਰ ਫਿਰ ਵੀ ਅਸੀਂ ਤੁਹਾਨੂੰ 300 ਯੂਨਿਟ ਜਿਹੜੇ ਹੈਗੇ ਆ ਉਹ ਫ੍ਰੀ ਦੇਵਾਂਗੇ। ਉਹਨਾਂ ਨੇ ਨੈਰੇਟਿਵ, ਜਦੋਂ ਮੈਂ ਉਹਨਾਂ ਦੀ 2019 ਦਾ ਮੈਨੀਫੈਸਟੋ ਦੇਖ ਰਿਹਾ ਸੀਗਾ, ਜਦੋਂ ਲੋਕ ਸਭਾ ਦੀਆਂ ਚੋਣਾਂ ਸੀ, ਤਾਂ ਆਪ ਪਾਰਟੀ ਨੇ 2 ਗੱਲਾਂ ਕਹੀਆਂ ਕਿ ਅਸੀਂ ਸਵਾਮੀਨਾਥਨ ਰਿਪੋਰਟ ਜਿਹੜੀ ਕਿ ਮਿਨੀਮਮ ਸਪੋਰਟ ਪ੍ਰਾਈਸ ਦਿੰਦੀ ਹੈ ਕਿਸਾਨਾਂ ਨੂੰ, ਅਸੀਂ ਉਹ ਲਾਗੂ ਕਰਾਂਗੇ ਤੇ ਜਾਂ ਲਾਗੂ ਕਰਵਾਵਾਂਗੇ ਸੈਂਟਰ ਤੋਂ। ਠੀਕ। ਇੱਕ ਸੀ ਐਗਰੀਕਲਚਰ ਬੇਸਡ ਜਿਹੜੀਆਂ ਇੰਡਸਟਰੀਜ਼ ਸੀਗੀਆਂ, ਇਹ ਅਸੀਂ ਇੱਥੇ ਲਿਆਵਾਂਗੇ, ਕਿਉਂਕਿ ਐਗਰੀਕਲਚਰ ਸਾਡਾ ਮੇਨ ਹੈਗਾ, ਇਸ ਕਰਕੇ ਪੰਜਾਬ ਵਿੱਚ ਸਾਨੂੰ ਐਗਰੀਕਲਚਰ ਇੰਡਸਟਰੀ ਲਾਉਣੀ ਪਊਗੀ। ਤਾਂ ਮੈਂ ਵੱਡਾ ਗੈਪ ਦੇਖਿਆ ਕਿ 2019 ਦੇ ਵਿੱਚ ਜਿਹੜੀ ਗੱਲ ਕਹੀ ਗਈ ਉਹ 2021 ਦੇ ਵਿੱਚ ਮਿਸਿੰਗ ਹੈ। ਠੀਕ ਹੈ। ਇਹਦਾ ਮਤਲਬ ਕਿ ਮੈਨੂੰ ਲੱਗਦਾ ਕਿ ਅਜੇ ਹੋਮਵਰਕ ਨਹੀਂ ਸੀ, ਇੱਕ ਸਲੋਗਨ ਉਹ ਜੋ ਦਿੱਤਾ ਗਿਆ ਕਿ ਇਹਦੇ ਤੇ ਡਿਬੇਟ ਸ਼ੁਰੂ ਹੋ ਜਾਵੇ। ਮੈਂ ਪਿੱਛੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੂੰ ਇਹਨਾਂ ਨੇ ਆਪਣਾ ਮੁਲਾਜ਼ਮ ਫਰੰਟ ਬਣਾਇਆ ਹੋਇਆ, ਜਿਵੇਂ ਯੂਨੀਅਨਸ ਦੂਸਰੀਆਂ, ਉਹ ਇਹਨਾਂ ਨੂੰ ਮਿਲਣ ਗਏ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਪ੍ਰੈਸ 'ਚ ਵੀ ਆਈ ਗੱਲ ਕਿ ਐਤਕੀ ਅਸੀਂ ਉਹ ਗੱਲਾਂ ਸ਼ਾਮਲ ਕਰਾਂਗੇ ਜਿਹੜੀਆਂ ਅਸੀਂ ਕਰ ਸਕਦੇ ਹਾਂ। ਤਾਂ ਇਹ ਇੱਕ ਰਿਅਲਾਈਜੇਸ਼ਨ ਸ਼ੁਰੂ ਹੋਈ ਲੱਗਦੀ ਹੈ ਮੈਨੂੰ। ਫਿਰ ਜਿਹੜੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੀ ਪਾਰਟੀ ਹੈ, ਡੈਮੋਕ੍ਰੈਟਿਕ, ਉੱਥੇ ਵੀ ਮੈਂ ਦੇਖਿਆ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜੀ ਨੇ ਕਿਹਾ ਕਿ ਅਸੀਂ ਉਹੀ ਗੱਲਾਂ ਕਹਾਂਗੇ ਜਿਹੜੀਆਂ ਕਿ ਅਸੀਂ ਕਰ ਸਕਦੇ ਹਾਂ। ਇਹਦੀ ਬੈਕਗਰਾਉਂਡ ਮੈਨੂੰ ਲੱਗਦਾ ਇਹ ਹੈਗੀ ਆ ਕਿ 10 ਸਾਲ ਦਾ ਅਕਾਲੀ ਰਾਜ ਤੇ 5 ਸਾਲ ਦਾ ਕਾਂਗਰਸ ਦਾ, ਇਹਨਾਂ ਦੋਨਾਂ ਨੇ ਜਿਹੜੇ ਮੈਨੀਫੈਸਟੋ ਦਿੱਤੇ ਉਹ ਲੋਕਾਂ ਵਿੱਚ ਬੁਰੀ ਤਰ੍ਹਾਂ ਪਿੱਟ ਗਏ। ਠੀਕ ਹੈ। ਤਾਂ ਹੁਣ ਰਿਅਲਾਈਜੇਸ਼ਨ ਸ਼ੁਰੂ ਹੋਈ ਵੀ ਆਪਾਂ ਨੂੰ ਉਹ ਗੱਲ ਨਹੀਂ ਕਹਿਣੀ ਚਾਹੀਦੀ ਜਿਹੜੀ ਆਪਾਂ ਪੂਰੀ ਨਹੀਂ ਕਰ ਸਕਦੇ, ਕਿਉਂਕਿ ਲੋਕੀ ਜਵਾਬ ਮੰਗ ਰਹੇ ਆ। ਬਿਲਕੁਲ ਪੁੱਛਦੇ ਘੇਰਦੇ। ਗੋਇੰਗ ਬੈਕ ਟੂ, ਮੈਂ 2017 ਦੇ ਕਾਂਗਰਸ ਦੇ ਮੈਨੀਫੈਸਟੋ ਦੀ ਗੱਲ ਕਰਨੀ ਚਾਹਾਂਗਾ ਕਿ ਕਾਂਗਰਸ ਦਾ ਜਦੋਂ ਕਿ ਉਸ ਟਾਈਮ ਅਕਾਲੀ ਦਲ ਪਾਵਰ ਵਿੱਚ ਸੀ, ਅਕਾਲੀ ਦਲ ਆਪਣਾ ਮੈਨੀਫੈਸਟੋ ਦੇ ਰਹੇ ਸਨ। 2 ਚੀਜ਼ਾਂ ਸੀਗੀਆਂ, ਇੱਕ ਤਾਂ ਐਂਟੀ ਇਨਕੰਬੈਂਸੀ ਸੀਗੀ, ਤੇ ਉਹਨਾਂ ਦੀ ਕੋਸ਼ਿਸ਼ ਇਹ ਸੀਗੀ ਕਿ ਐਂਟੀ ਇਨਕੰਬੈਂਸੀ ਨੂੰ ਕਿਵੇਂ ਨਾ ਕਿਵੇਂ ਕਰਟੇਲ ਕੀਤਾ ਜਾਵੇ ਤੇ ਮੈਨੀਫੈਸਟੋ ਇੰਨਾ ਲੁਭਾਵਣਾ ਹੋਵੇ ਕਿ ਲੋਕੀ ਫਿਰ ਸਾਨੂੰ ਪਾਵਰ ਵਿੱਚ ਲਿਆਉਣ। ਕਿਉਂਕਿ 10 ਸਾਲ ਦੀ ਐਂਟੀ ਇਨਕੰਬੈਂਸੀ ਸੀ। 2 ਚੀਜ਼ਾਂ ਜਿਹੜੀਆਂ ਉਸ ਟਾਈਮ ਸੀਗੀਆਂ ਕਿ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹੜਾ ਇਸ਼ੂ ਸੀ, ਇਹ ਬਹੁਤ ਵੱਡਾ ਇਸ਼ੂ ਸੀ। ਇੱਕ ਬਦਨਾਮੀ ਬਹੁਤ ਸੀ ਕਿ ਡਰੱਗਸ ਬਹੁਤ ਨੇ ਪੰਜਾਬ ਵਿੱਚ, ਡਰੱਗਸ ਬਹੁਤ ਨੇ। 2 ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਕਿ ਗਵਰਨਮੈਂਟ ਕੀ ਸੋਚਦੀ ਹੈ, ਦੂਜੀ ਚੀਜ਼ ਹੁੰਦੀ ਹੈ ਕਿ ਲੋਕਾਂ ਦੀ ਪਰਸੈਪਸ਼ਨ ਕੀ ਹੈ। 2017 ਵਿੱਚ ਇਹ ਪਰਸੈਪਸ਼ਨ ਬਣ ਗਈ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੇ ਹੈਗੇ ਆ ਆਪਣੇ ਮੈਨੀਫੈਸਟੋ ਜਿਹੜੇ ਸੀਗੇ ਪਿਛਲੇ ਉਹ ਡਿਲੀਵਰ ਨਹੀਂ ਕਰ ਪਾਏ। ਉਹਦੇ ਬਦਲੇ ਫਿਰ ਕਾਂਗਰਸ ਨੇ ਕਾਫੀ ਮਿਹਨਤ ਕਰਨ ਤੋਂ ਬਾਅਦ ਇੱਕ ਮੈਨੀਫੈਸਟੋ ਜਿਹੜਾ ਹੈਗਾ ਸਾਨੂੰ ਦਿੱਤਾ। ਐਂਟੀ ਇਨਕੰਬੈਂਸੀ ਸੀ ਇਹ 2017 ਦਾ ਜਿਹੜਾ ਮੈਨੀਫੈਸਟੋ ਸੀ ਇਹ ਵੀ ਲੁਭਾਵਣਾ ਨਹੀਂ। ਔਰ ਇਸ ਮੈਨੀਫੈਸਟੋ ਨੂੰ ਰਿਲੀਜ਼ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਜੀ ਖੁਦ, ਮੈਡਮ ਅੰਬਿਕਾ ਸੋਨੀ ਜੀ, ਮੈਡਮ ਆਸ਼ਾ ਰਾਣੀ ਜੀ, ਔਰ ਈਵਨ ਸਾਡੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ ਵੀ ਸੀ ਰਿਲੀਜ਼ ਕੀਤਾ। ਔਰ ਇਹ ਗੱਲ ਕਹੀ ਗਈ ਕਿ ਇਹ ਬਹੁਤ ਵਿਜ਼ਨਰੀ ਹੈ। ਅਸੀਂ ਗਰਾਊਂਡ ਲੈਵਲ ਤੇ ਜਾ ਕੇ, ਪਿੰਡਾਂ ਵਿੱਚ ਜਾ ਕੇ ਲੋਕਾਂ ਤੋਂ ਫੀਡਬੈਕ ਲਈ ਆ ਤੇ ਇਹ ਅਸੀਂ ਮੈਨੀਫੈਸਟੋ ਜਿਹੜਾ ਤਿਆਰ ਕੀਤਾ ਹੈਗਾ। ਮੈਨੀਫੈਸਟੋ ਵਿੱਚ ਕੋਈ ਐਸੀ ਚੀਜ਼ ਨਹੀਂ ਸੀ ਜਿਹੜੀ ਉਹਨਾਂ ਨੇ ਛੱਡੀ ਹੋਵੇ। ਸਕਾਈ ਵਾਸ ਦੀ ਲਿਮਿਟ ਕਿ ਜਿਹੜੀਆਂ ਚੀਜ਼ਾਂ ਨਹੀਂ ਕਰ ਸਕਦੇ ਸੀਗੇ ਉਹ ਵੀ ਐਡ ਕੀਤੀਆਂ ਗਈਆਂ, ਕਿਉਂਕਿ ਉਹਨਾਂ ਦੇ ਪੈਰਲ ਅਕਾਲੀ ਦਲ ਵਾਲਿਆਂ ਨੇ ਵੀ ਬਹੁਤ ਵੱਡਾ ਮੈਨੀਫੈਸਟੋ ਦਿੱਤਾ ਹੋਇਆ ਸੀ। ਤੋ ਮੇਰਾ ਜਿਹੜਾ ਚਿੰਤਾ ਦਾ ਵਿਸ਼ਾ ਇਹ ਹੈਗਾ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਮੈਨੀਫੈਸਟੋ ਤੇ ਕਿੰਨਾ ਯਕੀਨ ਕਰਨਾ ਚਾਹੀਦਾ, ਤੇ ਜਿਹੜੇ ਮੈਨੀਫੈਸਟੋ ਉਹਨਾਂ ਨੇ ਰਿਲੀਜ਼ ਕੀਤੇ ਹੋਏ ਨੇ ਉਹਨਾਂ ਦੇ ਪੁਆਇੰਟ ਵਾਈਜ਼ ਲੋਕਾਂ ਨੂੰ ਇਹਨਾਂ ਤੋਂ ਆਨਸਰ ਮਿਲਣੇ ਚਾਹੀਦੇ। ਜਿਹੜਾ ਮੇਰਾ ਇਹਦੇ ਤੇ ਵਿਊ ਇਹ ਬਣਦਾ ਹੈ। ਮਤਲਬ ਆਨਸਰੇਬਲ ਹੋਣ, ਇਹ ਲੋਕ ਪੋਲੀਟੀਕਲ ਪਾਰਟੀਆਂ ਆਨਸਰੇਬਲ ਹੋਣ ਕਿ ਅਸੀਂ ਜੋ ਕਹਿ ਰਹੀਆਂ
ਉਹ ਅਸੀਂ ਨਿਭਾ ਵੀ ਸਕਾਂਗੇ ਕਿ ਨਹੀਂ। ਬਿਲਕੁਲ ਠੀਕ ਹੈ ਨਾ ਜੀ। ਹੁਣ ਸਵਾਲ ਤਾਂ ਪੈਦਾ ਇਹ ਹੁੰਦਾ ਜੀ ਕਿ ਕੁਛ ਮੁੱਦੇ ਇੱਦਾਂ ਦੇ ਬਣ ਗਏ, ਫਾਰ ਐਗਜ਼ਾਮਪਲ ਅਕਾਲੀ ਸਰਕਾਰ ਦੇ ਵੇਲੇ, ਅਕਾਲੀ ਬੀਜੇਪੀ ਸਰਕਾਰ ਦੇ ਵੇਲੇ ਜਿਹੜੇ ਸੀਗੇ ਕਿਸਾਨਾਂ ਨੂੰ ਬਿਜਲੀ ਫ੍ਰੀ ਦੇਣ ਦੀ ਗੱਲ, ਹਾਂਜੀ, ਫਿਰ ਆਟਾ ਦਾਲ ਸਕੀਮ ਦੀ ਗੱਲ, ਬੁਢਾਪਾ ਪੈਨਸ਼ਨ ਦੀ ਗੱਲ, ਜਿਹੜੇ ਸੀਗੇ ਗਰੀਬ ਜਾਂ ਦਲਿਤ ਔਰ ਲੜਕੀਆਂ ਸੀਗੇ ਉਹਨਾਂ ਦੇ ਵਿਆਹ ਦੇ ਸ਼ਗਨ ਸਕੀਮ ਦੀ ਗੱਲ, ਇਸ ਤਰੀਕੇ ਦੇ ਜਿਹੜੀਆਂ ਸਕੀਮਾਂ ਚਲਾਤੀਆਂ ਗਈਆਂ ਉਹਨਾਂ ਤੋਂ ਛੁਟਕਾਰਾ ਜਿਹੜਾ ਨਹੀਂ ਪਿਆ। ਉਹ ਸਕੀਮਾਂ ਨੂੰ ਸਗੋਂ ਹੋਰ ਸਟਰੋਂਗ ਕਰਨਾ ਪੈ ਗਿਆ। ਜਿਹੜੀ ਅਗਲੀ ਸਰਕਾਰ ਕੈਪਟਨ ਸਰਕਾਰ ਆਈ, ਕੈਪਟਨ ਸਰਕਾਰ ਨੇ ਉਹਨਾਂ ਸਕੀਮਾਂ ਨੂੰ ਬੰਦ ਨਹੀਂ ਕੀਤਾ। ਹਾਂ, ਕਿਤੇ ਨਾ ਕਿਤੇ ਸਿਕਿਉਰਿਟਾਈਜ਼ ਕਰਕੇ ਕੁਝ ਦੇਖਿਆ ਵੀ ਆਹ ਕਾਰਡ ਗਲਤ ਬਣ ਗਏ, ਨੀਲੇ ਕਾਰਡ ਜੀ ਇਸ ਤਰੀਕੇ ਦਾ ਹੋ ਗਿਆ। ਪਰ ਉਹਨਾਂ ਸਕੀਮਾਂ ਦੇ ਵਿੱਚ ਜਿਹੜੇ ਪੈਸੇ ਲਾ ਰਹੇ ਸੀਗੇ ਜਾਂ ਜਿਹੜੇ ਦਿੱਤੇ ਜਾ ਰਹੇ ਸੀ ਲੋਕਾਂ ਨੂੰ, ਉਹਨਾਂ ਨੂੰ ਵਧਾਉਣਾ ਪੈ ਗਿਆ। ਠੀਕ ਹੈ ਜੀ। ਸ਼ਗਨ ਸਕੀਮ ਕਹਿ ਲਓ 51,000 ਰੁਪਈਆ ਦੇਣ ਲੱਗ ਪਏ। ਬੁਢਾਪਾ ਪੈਨਸ਼ਨ ਵੀ ਜਿਹੜੀ ਸੀ 200-250 ਹੁੰਦੀ ਸੀ 1500 ਤੱਕ ਪਹੁੰਚ ਗਈ। ਇਸ ਤਰੀਕੇ ਦਾ ਇਹਨਾਂ ਨੇ ਤਾਂ ਹੁਣ ਮਤਲਬ ਔਰਤਾਂ ਨੂੰ ਬੱਸਾਂ 'ਚ ਸਫ਼ਰ ਫ੍ਰੀ ਕਰਨ ਦੀ ਗੱਲ ਕਰ, ਹੋਰ ਵੀ ਅਜੇ ਇਹੋ ਜਿਹੀਆਂ ਸਕੀਮਾਂ ਇਹਨਾਂ ਨੇ ਲਾਂਚ ਕਰਨੀਆਂ ਹੈਗੀਆਂ, ਇਲੈਕਸ਼ਨ ਤੋਂ ਪਹਿਲਾਂ ਕਰਨਗੇ। ਕੁੱਲ ਮਿਲਾ ਕੇ ਜਿਹੜੀ ਗੱਲ ਇਹ ਚੱਲ ਰਹੀ ਹੈ ਜੀ, ਉਹ ਇਹ ਆ ਕਿ ਕੀ ਇਹ ਮੈਨੀਫੈਸਟੋ ਜਿਹੜੇ ਹੈਗੇ ਆ, ਇਹ ਸੱਚੀ ਮੁੱਚੀ ਲੋਕਾਂ ਦੀ ਆਮ ਸੋਸ਼ਲ, ਆਮ ਇਕਨੋਮਿਕ ਕੰਡੀਸ਼ਨ ਨੂੰ ਚੇਂਜ ਕਰਨ ਵਾਲੇ ਹੈਗੇ ਆ, ਹੋਣੇ ਚਾਹੀਦੇ ਕਿ ਨਹੀਂ? ਬਿਲਕੁਲ ਤੁਸੀਂ ਠੀਕ ਸਵਾਲ ਕੀਤਾ। ਮੈਂ ਨਾ 3 ਡਾਟੇ ਤੁਹਾਡੇ ਨਾਲ ਸਾਂਝੇ ਕਰਦਾ ਜਿਹੜੇ ਕਿ ਪਬਲਿਕ ਡੈਟ ਤੇ ਆ, ਕਿਉਂਕਿ ਜਿਹੜਾ ਮੈਨੀਫੈਸਟੋ ਆ ਹਮੇਸ਼ਾ ਹੀ ਉਹ ਗਵਰਨਮੈਂਟ ਦੇ ਰੈਵਨਿਊ ਬੇਸਡ ਹੋਣਾ ਚਾਹੀਦਾ। ਕਿ ਜੇ ਤੁਹਾਡੀ ਤਨਖਾਹ 10,000 ਆ ਤੇ ਜੇ ਤੁਸੀਂ 25,000 ਦੀਆਂ ਚੀਜ਼ਾਂ ਲੋਕਾਂ ਨੂੰ ਦੇਣੀਆਂ ਚਾਹੋਗੇ, ਜਾਂ ਤਾਂ 15,000 ਕਰਜ਼ਾ ਲਾਓਗੇ ਤੇ ਜਾਂ ਫਿਰ 15,000 ਦੇ ਬਦਲੇ ਤੁਸੀਂ ਕਰਜ਼ਾ ਲੈ ਵੀ ਲਿਆ ਜਾਵੇ, ਲਾਉਣ ਦਾ ਕੋਈ ਵਸੀਲਾ ਕੀ ਹੈਗਾ? ਜੋ CAG ਦੀ ਰਿਪੋਰਟ ਹੈ ਉਹਦੇ ਵਿੱਚ 2019-20 ਦੇ ਵਿੱਚ ਸਾਡਾ ਪਬਲਿਕ ਡੈਟ ਜਿਹੜਾ ਪੰਜਾਬ ਦਾ ਸੀਗਾ 1,93,000 ਕਰੋੜ 1,93,000 ਕਰੋੜ। 24-25 ਚ ਜਿਹੜੀ ਉਹਨਾਂ ਦੀ ਪ੍ਰੋਜੈਕਸ਼ਨ ਹੈ ਉਹ ਹੈਗੀ ਆ 3,73,000 ਕਰੋੜ ਤੇ ਉਹਨਾਂ ਨੇ 28-29 ਦੀ ਕੀਤੀ ਆ 6,33,000 ਕਰੋੜ। ਇਹ ਪਬਲਿਕ ਡੈਟ ਦੀ ਸਾਡੀ ਬੈਕਗ੍ਰਾਉਂਡ ਹੈ। ਜਦੋਂ ਅਸੀਂ ਮੈਨੀਫੈਸਟੋ ਬਣਾਉਣੇ ਆ, ਅਸੀਂ ਇਹ ਪਬਲਿਕ ਡੈਟ ਘਟਾਉਣ ਬਾਰੇ ਕੋਈ ਕੋਸ਼ਿਸ਼ ਨਹੀਂ ਹੈ, ਵਧਣ ਦੀਆਂ ਪਰਸੈਪਸ਼ਨ ਹੈਗੀਆਂ। ਬਿਲਕੁਲ ਤੁਸੀਂ ਦੇਖੋ ਵੀ 2014 ਤੇ 19 ਦੇ ਵਿੱਚ 10% ਪੈਸੇ ਸੀਗੇ ਜਿਹੜੇ ਕਿ ਕੈਪੀਟਲ ਵਾਸਤੇ ਯੂਜ਼ ਕਰਨੇ ਸੀ, ਬਾਕੀ ਤਾਂ ਸਾਰਾ ਇੱਧਰ ਉੱਧਰ ਖਰਚਾ ਹੀ ਸੀਗਾ। ਕੁਝ ਤੁਸੀਂ ਕਰਜ਼ੇ ਲਾ ਰਹੇ ਹੋ, ਤੁਸੀਂ ਕੁਝ ਤੁਸੀਂ ਸੈਲਰੀਜ਼ ਦੇ ਰਹੇ ਹੋ। ਤੁਸੀਂ ਮੈਂ ਦੇਖ ਰਿਹਾ ਸੀ ਕਿ ਪਿਛਲੇ 3.5 ਸਾਲ ਤੋਂ ਕਾਂਗਰਸ ਗਵਰਨਮੈਂਟ ਇਹ ਕਹਿੰਦੀ ਆ ਰਹੀ ਹੈ ਕਿ ਖਜ਼ਾਨਾ ਖਾਲੀ ਹੈ, ਔਰ ਇਹ ਕਾਰਪੋਰੇਟ ਵੀ ਹੋ ਰਿਹਾ ਸੀਗਾ ਪ੍ਰੈਸ ਦੇ ਵਿੱਚ। ਅਕਾਲੀ ਦਲ ਵੇਲੇ ਵੀ ਇਹੀ ਗੱਲ ਕਹੀ ਜਾਂਦੀ ਸੀ ਕਿ ਖਜ਼ਾਨਾ ਖਾਲੀ ਹੈ। ਇੱਕ ਵਾਰੀ ਉਹਨਾਂ ਨੇ 800 ਕਰੋੜ ਦੀ ਲਿਮਟ ਸੀ ਜਿਹੜੀ ਉਹ ਇੱਧਰ ਉੱਧਰ ਕਰਕੇ ਕੰਮ ਚਲਾਇਆ ਸੀਗਾ। ਖਜ਼ਾਨਾ ਖਾਲੀ ਦੀ ਗੱਲ ਸਾਰੇ ਕਰਦੇ ਆਏ ਤੇ ਖਜ਼ਾਨਾ ਭਰਨ ਦੀ ਗੱਲ ਕੋਈ ਨਹੀਂ। ਕਿੱਦਾਂ ਭਰਨਾ? ਲਾਸਟ ਬਜਟ ਜਿਹੜਾ ਫਾਈਨੈਂਸ ਮਿਨਿਸਟਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਨੇ ਦਿੱਤਾ, ਉਹਦੇ ਵਿੱਚ ਕੁਝ ਪੋਜ਼ਿਟਿਵ ਚੀਜ਼ਾਂ ਦਿਖਾਈਆਂ ਗਈਆਂ। 3 ਸਾਲ ਕੰਸੋਲੀਡੇਟ ਕੀਤਾ ਤੇ 4 ਸਾਲ ਕੰਸੋਲੀਡੇਟ ਕੀਤਾ ਤੇ 5ਵੇਂ ਸਾਲ ਉਹਨੂੰ ਪੋਜ਼ਿਟਿਵ ਕੀਤਾ। ਪਰ ਜੋ ਚੀਜ਼ਾਂ ਕਹਿ ਕੇ ਆਏ ਕਿ ਇਹਨਾਂ ਨੇ, ਕਾਂਗਰਸ ਨੇ ਕਿਹਾ ਕਿ ਅਸੀਂ 67,000 ਕਰੋੜ ਰੁਪਈਆ ਜਿਹੜਾ ਰੂਰਲ ਡੈਟ ਹੈ, 67,000 ਕਰੋੜ ਇਹਨਾਂ ਨੇ ਉਦੋਂ ਕੈਲਕੂਲੇਟ ਕੀਤਾ, ਪਰ ਰੂਰਲ ਡੈਟ ਅਸੀਂ ਮਾਫ ਨਹੀਂ ਕਰ ਪਾਏ ਉਹਨਾਂ ਦਾ। ਠੀਕ ਹੈ। ਬਾਕੀ ਜਿੰਨੀਆਂ ਸਕੀਮਾਂ ਸੀਗੀਆਂ, ਜਿਵੇਂ ਬਿਜਲੀ ਸੀ, ਬਿਜਲੀ ਦੀ ਇਸ ਟਾਈਮ ਮੈਕਸਿਮਮ ਜਿਹੜੀ ਹੈਗੀ ਆ ਪ੍ਰੋਬਲਮ ਆ ਰਹੀ ਹੈਗੀ ਆ ਕਿ ਸਰਕਾਰ ਪ੍ਰੀਪੇਅਰਡ ਨਹੀਂ ਸੀ ਇਸ ਵਾਸਤੇ ਕਿ ਝੋਨੇ ਦੇ ਸੀਜ਼ਨ ਦੇ ਵਿੱਚ ਸਾਨੂੰ ਬਿਜਲੀ ਦੀ ਇੰਨੀ ਸਮੱਸਿਆ ਆ ਜਾਊਗੀ। ਇਹ ਗੱਲ ਕਹੀ ਜਾ ਰਹੀ ਸੀਗੀ ਜੀ ਕਿ ਜਿਹੜੇ ਐਗਰੀਮੈਂਟ ਕੀਤੇ ਆ ਉਹ ਫੋਰਮਰ ਗਵਰਨਮੈਂਟ ਨੇ ਕੀਤੇ ਹੈਗੇ ਆ, ਉਹ ਗਲਤ ਕੀਤੇ ਵੀ ਗਲਤ ਕੀਤੇ। ਜੇ ਗਲਤ ਕੀਤੇ ਤਾਂ ਉਹਦੀ ਕਰੈਕਸ਼ਨ ਕਰਨੀ ਪੈਂਦੀ ਸੀ, ਨਹੀਂ ਕੀਤੀ ਹੁਣ ਤੱਕ। ਸੇਮ ਵਾਸ ਵਿਦ ਅਕਾਲੀ ਦਲ। ਜਦੋਂ ਅਕਾਲੀ ਦਲ ਆਏ ਸੀਗੇ ਉਹ ਕਹਿੰਦੇ ਸੀ ਕਾਂਗਰਸ ਖਜ਼ਾਨਾ ਖਾਲੀ ਕਰਕੇ। ਮੈਂ ਨਾ ਤੁਹਾਨੂੰ ਬੈਕਗਰਾਉਂਡ ਦੱਸਦਾ ਜੀ ਜਿੰਨੀ ਕਿ ਮੈਨੂੰ ਸਮਝ ਆਈ ਕਿ ਜਦੋਂ 90s ਦੇ ਵਿੱਚ ਲਿਬਰਲਾਈਜੇਸ਼ਨ ਹੋਈ ਹੈ, ਉਦੋਂ ਹੀ IMF ਨੇ ਕੰਡੀਸ਼ਨਸ ਲਾਈਆਂ ਸੀ ਕਿ ਤੁਸੀਂ ਜਿਹੜੀਆਂ ਸਬਸਿਡੀਜ਼ ਨੇ ਇਹਨਾਂ ਨੂੰ ਹੌਲੀ ਹੌਲੀ ਫੇਜ਼ ਆਊਟ ਕਰੋ। ਬਿਲਕੁਲ ਇਹ ਸਾਰੇ ਮਿਨਿਸਟਰਸ ਨੂੰ ਪਤਾ ਸੀ, ਸਾਰੇ ਪੋਲੀਟੀਸ਼ੀਅਨਸ ਨੂੰ ਪਤਾ ਸੀ। ਪਰ ਕਿਉਂਕਿ ਰਾਜ ਭਾਗ ਜਿਹੜਾ ਸੀਗਾ ਉਹ ਇਸ ਗੱਲ ਨਾਲ ਜੁੜਿਆ ਹੋਇਆ ਸੀ ਕਿ ਜੇ ਅਸੀਂ ਫ੍ਰੀ ਪਾਵਰ ਜਿਹੜੀ ਹੈ ਵਿਦਡਰਾਅ ਕੀਤੀ, ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਕਾਂਗਰਸ ਗਵਰਨਮੈਂਟ ਨੇ ਪਹਿਲੇ 2002 ਤੋਂ 7 ਜਦੋਂ ਸੀਗੇ ਉਦੋਂ ਇਹ ਗੱਲ ਕਹੀ ਸੀ ਕਿ ਅਸੀਂ ਵਿਦਡਰਾਅ ਕਰਾਂਗੇ ਤੇ ਬਹੁਤ ਰੌਲਾ ਪਿਆ ਸੀ। ਫਿਰ ਕਹਿਣਾ ਪਿਆ ਕਿ ਅਸੀਂ 8,000 ਕਰੋੜ ਦੀ ਅਸੀਂ ਸਬਸਿਡੀ ਦਿੰਦੇ ਹਾਂ ਬਿਜਲੀ ਦੇ ਵਿੱਚ, ਔਰ ਇਹ ਟ੍ਰੈਡੀਸ਼ਨਲ ਐਂ ਚੱਲੀ ਜਾਂਦੀ ਹੈਗੀ ਆ।
ਜੇ ਇੱਕ ਮੈਨੀਫੈਸਟੋ ਵਾਲੇ ਨੇ ਕਹਿ ਦਿੱਤਾ ਜੀ ਅਸੀਂ ਦਾਲ ਦੇਵਾਂਗੇ, ਦੂਜੇ ਨੇ ਕਿਹਾ ਚਾਹ ਪੱਤੀ ਦੇ ਦੇਵਾਂਗੇ, ਹਾਂ ਤੀਜੇ ਨੇ ਕਹਿ ਦਿੱਤਾ ਅਸੀਂ ਸਕੂਲਾਂ ਨੂੰ ਸਾਈਕਲ ਦੇ ਦੇਵਾਂਗੇ, ਚੌਥੇ ਨੇ ਕਹਿ ਦਿੱਤਾ ਅਸੀਂ ਲੈਪਟਾਪ ਦੇ ਦੇਵਾਂਗੇ। ਇਹ ਮੈਨੀਫੈਸਟੋ ਜਦੋਂ ਬਣਾਇਆ ਜਾਂਦਾ ਨਾ, ਮੈਨੂੰ ਇੰਝ ਲੱਗਦਾ ਉਹ ਇੰਝ ਦੇਖ ਲੈਂਦੇ ਵੀ ਪਿੰਡ ਦੇ ਬੰਦੇ ਦੇਖ ਲਓ ਇਹਨਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ। ਇੱਕ ਧਰਮਸ਼ਾਲਾ ਬਣਾ ਦੇਵਾਂਗੇ ਤੁਹਾਡੀ, ਤੁਹਾਡਾ ਸਕੂਲ ਅਪਗ੍ਰੇਡ ਕਰ ਦੇਵਾਂਗੇ। ਇਹਦੇ ਨਾਲ 5 ਸਾਲ ਤਾਂ ਨਿਕਲ ਜਾਂਦੇ ਆ, ਪਰ 5 ਸਾਲ ਦੇ ਨਾਲ ਜਿਹੜੀ ਸਮਾਜ ਦੀ ਤਰੱਕੀ ਹੋਣੀ ਸੀਗੀ ਉਹ ਤਰੱਕੀ ਨਹੀਂ ਹੁੰਦੀ। ਜਿਵੇਂ ਅਕਾਲੀ ਗਵਰਨਮੈਂਟ ਵੇਲੇ ਗੱਲ ਕਹੀ ਕਿ ਅਸੀਂ ਸਾਈਕਲ ਦੇਵਾਂਗੇ ਲੜਕੀਆਂ ਨੂੰ, ਮੇਰਾ ਖਿਆਲ ਕਿੰਨੇ ਕਰੋੜ ਦੇ ਸਾਈਕਲ ਦੇ ਦਿੱਤੇ। ਉਹ ਸਾਈਕਲ ਇਸ ਕਰਕੇ ਨਹੀਂ ਸੀ ਦਿੱਤੇ ਗਏ ਉਹ ਇਸ ਕਿ ਉਹਨਾਂ ਦੀ ਪੜ੍ਹਾਈ ਦੇ ਵਿੱਚ ਕੋਈ ਅਸਿਸਟੈਂਸ ਆ, ਉਹ ਇਸ ਕਰਕੇ ਅਸੀਂ ਵੋਟ ਬੈਂਕ ਪੱਕੀ ਹੋ ਜਾਵੇ ਸਾਡੀ, ਵੋਟ ਬੈਂਕ ਦੀ ਬੈਕਵਰਡ ਕਲਾਸ ਨੂੰ ਅਸੀਂ 200 ਦੇਵਾਂਗੇ, ਫਰੀडम ਫਾਈਟਰ ਨੂੰ 300 ਯੂਨਿਟ ਦੇਵਾਂਗੇ। ਇਸ ਕਿਸਮ ਦੀਆਂ ਜਿਹੜੀਆਂ ਫ੍ਰੀ ਬਾਈਜ਼ ਜਿਹੜੀਆਂ ਨੇ ਨਾ, ਇਹ ਮੈਨੀਫੈਸਟੋ ਦਾ ਹਿੱਸਾ ਬਣਾਈਆਂ ਗਈਆਂ। ਹੁਣ ਇੱਕ ਟਾਈਮ ਇਹ ਆ ਗਿਆ ਹੈਗਾ, ਤੁਸੀਂ ਦੇਖੋ ਕਿ ਕਾਂਗਰਸ ਗਵਰਨਮੈਂਟ ਨੇ ਕਿਹਾ 25 ਲੱਖ ਜੌਬਸ ਦੇਵਾਂਗੇ, ਤੇ ਜੋ ਅਕਾਲੀ ਗਵਰਨਮੈਂਟ ਸੀ ਉਹਨਾਂ ਨੇ ਕਿਹਾ ਅਸੀਂ 10-10 ਲੱਖ ਰੁਪਈਆ, ਮੈਂ ਤੁਹਾਨੂੰ ਫਿਗਰ ਦੱਸ ਦਿੰਦਾ ਕਿ 10 ਲੱਖ ਲੋਨ ਦੇਵਾਂਗੇ ਹਰੇਕ ਨੂੰ, ਅਸੀਂ 5-5 ਹਜ਼ਾਰ ਟੈਕਸੀਆਂ ਪਵਾ ਦੇਵਾਂਗੇ ਉਹਨਾਂ ਨੂੰ। 3 ਇਸ਼ੂ ਨੇ ਹੈਲਥ ਦੇ, ਇੰਪਲਾਇਮੈਂਟ ਦੇ ਤੇ ਐਜੂਕੇਸ਼ਨ ਦੇ, ਜਿਹੜੇ ਕਿ ਐਡਰੈਸ ਕਰਨੇ ਹੁੰਦੇ ਸਰਕਾਰਾਂ ਨੇ। ਇੰਪਲਾਇਮੈਂਟ ਦਾ ਤਾਂ ਐਡਰੈਸ ਹੁੰਦੀ ਹੈ ਜੇ ਤੁਸੀਂ ਕੋਈ ਇੰਡਸਟਰੀ ਲਾਓਗੇ, ਓਪਰਚੁਨਿਟੀਜ਼ ਹੋਣ। ਜਦੋਂ ਇੰਡਸਟਰੀ ਤਾਂ ਹੈ ਨਹੀਂ, ਇੰਡਸਟਰੀ ਤਾਂ ਸਾਰੀ ਪੰਜਾਬ ਚੋਂ ਭੱਜ ਜਿਹੜੀ ਸੀਗੀ ਚਲੇ ਗਈ। ਪਿਛਲੇ 20 ਸਾਲ ਦੇ ਵਿੱਚੋਂ ਅੱਛੀਆਂ ਇੰਡਸਟਰੀਆਂ ਮਾਈਗ੍ਰੇਟ ਕਰ ਗਈਆਂ ਉੱਥੇ, ਕਿ ਈਜ਼ ਆਫ ਡੂਇੰਗ ਬਿਜ਼ਨਸ ਨਹੀਂ ਹੈ, ਲੇਬਰ ਲਾਜ ਪ੍ਰੋਪਰ ਨਹੀਂ ਹੈ, ਬੈਂਕਿੰਗ ਸਿਸਟਮ ਨਹੀਂ ਹੈ, ਔਰ ਰੀਡਰੈਸਲ ਗ੍ਰੀਵੈਂਸਸ ਸਿਸਟਮ ਨਹੀਂ ਹੈ। ਤੁਸੀਂ ਇੰਡਸਟਰੀਲਿਸਟਾਂ ਨੂੰ ਪੁੱਛੋ, ਕਿਉਂਕਿ ਜਿਹੜੀ ਜੌਬ ਕ੍ਰੀਏਸ਼ਨ ਹੈਗੀ ਆ ਇਹ 2-3 ਸੈਕਟਰ ਵਿੱਚ ਹੁੰਦੀ ਆ। ਕਿ ਫਾਰ ਐਗਜ਼ਾਮਪਲ ਤੁਹਾਡਾ ਰੀਅਲ ਸਟੇਟ ਹੈ, ਰੀਅਲ ਸਟੇਟ ਦੇ ਬਹੁਤ ਕੰਸਟਰਕਸ਼ਨ ਦੇ ਨਾਲ ਜੌਬ, ਇਨਫਾਰਮਲ ਸੈਕਟਰ ਹੈਗਾ। ਇਹ ਗੱਲ ਤਾਂ ਸੋਚੀ ਹੋਈ ਨਹੀਂ। ਐਜੂਕੇਸ਼ਨ ਦਾ ਵੀ ਇਹੀ ਕੀਤਾ ਉਹਨਾਂ ਨੇ ਕਿ ਹੁਣ ਦੇਖੋ ਹਜ਼ਾਰਾਂ ਟੀਚਰ ਜਿਹੜੇ ਕੋਈ B.Ed ਆ, ਕੋਈ TT ਆ, ਵਿਚਾਰੇ ਸੜਕਾਂ ਤੇ ਉਹਨਾਂ ਡੰਡੇ ਮਾਰੇ ਜਾ ਰਹੇ ਹੈਗੇ। ਇਹੀ ਗੱਲ ਅਕਾਲੀ ਦਲ ਵੇਲੇ ਸੀ, ਉਦੋਂ ਵੀ ਟੀਚਰ ਕਹਿੰਦੇ ਸੀ, ਪਹਿਲਾਂ ਅਕਾਲੀ ਦਲ ਇਹ ਕਹਿ ਕੇ ਆਇਆ ਕਿ ਅਸੀਂ ਸਾਰੇ ਕੱਚੇ ਪੱਕੇ ਕਰ ਦਿਆਂਗੇ, ਬਿਲਕੁਲ। ਹੁਣ ਕਾਂਗਰਸ ਕਹਿ ਕੇ ਆਈ ਕੱਚੇ ਪੱਕੇ ਕਰ, ਨੋਇੰਗ ਵੈਲ ਕਿ ਅਸੀਂ ਸਾਰਿਆਂ ਨੂੰ ਜੌਬਸ ਨਹੀਂ ਦੇ ਸਕਦੇ, ਪਤਾ ਉਹਨਾਂ ਨੂੰ ਹੁੰਦਾ। ਇਹ ਗੱਲ ਸੱਚੀ ਜਿਹੜੀ ਹੈਗੀ ਆ, ਇਹਨਾਂ ਨੇ ਕਿਸੇ ਨੂੰ ਦੱਸੀ। ਤਾਂ ਸਥਿਤੀ ਇਸ ਕਿਸਮ ਦੇ ਨਾਲ ਜਿਹੜੀ ਕਿ ਬਦਤਰ ਹੁੰਦੀ ਜਾ ਰਹੀ ਹੈ। ਤਾਂ ਜਿਹੜੀ ਮੈਨੀਫੈਸਟੋ ਦੀ ਸਪਿਰਿਟ ਸੀਗੀ ਨਾ, ਕਿ ਮੈਨੀਫੈਸਟੋ ਇੱਕ ਸਟੇਟਮੈਂਟ ਆ ਜਿਹਦੇ ਤੇ ਲੋਕਾਂ ਨੂੰ ਭਰੋਸਾ ਕਰਨਾ ਚਾਹੀਦਾ। ਹਾਂਜੀ ਬਿਲਕੁਲ। ਉਹ ਸਾਡਾ ਭਰੋਸਾ ਟੁੱਟ ਗਿਆ। ਨਹੀਂ, ਦੇਖੋ ਜਦੋਂ ਕੋਈ ਲੀਡਰ ਅੱਗੇ ਸਟੇਜ ਤੇ ਬੋਲਦਾ ਸੀ ਨਾ ਜੀ, ਕਿਸੇ ਇਕੱਠ ਵਿੱਚ ਸੱਥ ਵਿੱਚ ਪਿੰਡ ਜਾ ਕੇ ਬੋਲਦਾ ਸੀਗਾ, ਲੋਕੀ ਉਹਦੀ ਗੱਲ ਤੇ ਵਿਸ਼ਵਾਸ ਕਰਦੇ ਸੀ। ਇਹ ਜਿਹੜੇ ਝੂਠੇ ਮੈਨੀਫੈਸਟੋ ਜਾਰੀ ਕਰਕੇ ਇਹਨਾਂ ਨੇ ਆਪਦਾ ਵਿਸ਼ਵਾਸ ਵੀ ਤਾਂ ਗਵਾ ਲਿਆ ਨਾ, ਲੋਕੀ ਯਕੀਨ ਹੀ ਨਹੀਂ ਕਰਦੇ। ਬਿਲਕੁਲ ਠੀਕ ਗੱਲ ਹੈ, ਲੋਕੀ ਯਕੀਨ ਨਹੀਂ ਕਰਦੇ ਤੇ ਲੋਕਾਂ ਕੋਲ ਆਪਸ਼ਨ ਨਹੀਂ ਕੁਛ ਹੁੰਦੀ। ਹੁਣ ਵੀ ਤੁਸੀਂ ਦੇਖੋਗੇ ਕਿ ਜਦੋਂ ਮੈਨੀਫੈਸਟੋ ਆਉਣਗੇ ਉਹਦੇ ਵਿੱਚ ਐਸੀਆਂ ਗੱਲਾਂ ਕਹੀਆਂ ਜਾਣਗੀਆਂ ਜਿਹੜੀਆਂ ਕਿ ਸਾਡੇ ਯਾਨੀ ਜੋ ਪੰਜਾਬ ਦੀ ਫਾਈਨੈਂਸ਼ੀਅਲ ਕੰਡੀਸ਼ਨ ਹੈ, ਜਾਂ ਤਾਂ ਇਲੈਕਸ਼ਨ ਕਮਿਸ਼ਨ ਇਸ ਗੱਲ ਤੇ ਰਾਈਡਰ ਲਾਵੇ ਕਿ ਤੁਸੀਂ ਬਲੂਪ੍ਰਿੰਟ ਦਿਓ ਕਿ ਜੇ ਤੁਸੀਂ 1 ਲੱਖ ਕਰੋੜ ਰੁਪਇਆ ਹੋਰ ਖਰਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰੈਵਨਿਊ ਕਿੱਥੋਂ ਲੈ ਕੇ ਆਓਗੇ, ਜਨਰੇਟ ਕਿੱਥੋਂ ਕਰੋਗੇ। ਜਦੋਂ ਤੁਸੀਂ ਰੈਵਨਿਊ ਜਨਰੇਟ ਨਹੀਂ ਕਰੋਗੇ, ਇਹਦਾ ਮਤਲਬ ਲੋਕਾਂ ਨੂੰ 4 ਸਾਲ ਤਾਂ ਇਹ ਗੱਲ ਕਹੀ ਜਾਓਗੇ ਕਿ ਖਜ਼ਾਨਾ ਖਾਲੀ ਹੈ। ਜਦੋਂ ਖਜ਼ਾਨਾ ਖਾਲੀ ਹੈ, 5ਵੇਂ ਸਾਲ ਜਿਹੜੇ ਹੈਗੇ ਆ ਤੁਸੀਂ ਥੋੜੇ ਬਹੁਤੇ ਦੇ ਦਿਓਗੇ। ਮੈਂ ਤੁਹਾਨੂੰ ਦੱਸਦਾ ਕਿ 6th ਪੇ ਕਮਿਸ਼ਨ ਅਕਾਲੀ ਗਵਰਨਮੈਂਟ ਵੇਲੇ ਵੀ ਇਹੀ ਕੀਤਾ ਗਿਆ ਕਿ ਲਾਸਟ ਈਅਰ ਦੇ ਵਿੱਚ ਖੁੱਲਾ ਪੈਸਾ ਖਰਚ ਕਰਤਾ। ਕਈ ਵਾਰੀ ਗਵਰਨਮੈਂਟ ਨੂੰ ਇਹ ਪਤਾ ਹੁੰਦਾ ਵੀ ਅਸੀਂ ਤਾਂ ਹੁਣ ਜਾਣਦੇ ਹਾਂ ਤੇ ਆਉਣ ਵਾਲੀ ਗਵਰਨਮੈਂਟ ਦੇ ਸਿਰ ਪਾਣੀ ਆਪੇ ਚੱਲਣਗੇ। ਤਾਂ ਇਹ ਜਿਹੜੇ ਮੈਨੀਫੈਸਟੋ ਹੁੰਦੇ ਆ, ਇਹ ਬੇਸਿਕਲੀ ਇੱਕ ਸੀਕ੍ਰੇਟ ਡਾਕੂਮੈਂਟ ਹੈ ਜੋ ਮੈਂ ਐਕੈਡੈਮਿਕ ਕਹਿਣਾ ਚਾਹੁੰਦਾ। ਮੈਂ ਇੱਕ ਨਾ ਅਮਰੀਕਨ ਜਰਨਲ ਆਫ ਸਾਇੰਸ ਦੇਖ ਰਿਹਾ ਸੀਗਾ ਕਿ ਉਹਨਾਂ ਨੇ ਇੱਕ ਸਰਵੇ ਕੀਤਾ 2017 ਵਿੱਚ। ਉਹਦੇ ਵਿੱਚ ਉਹਨਾਂ ਨੇ 12 ਕੰਟਰੀਜ਼ ਜਿਹੜੇ ਨੇ ਨੈਸ਼ਨਲ ਲੈਵਲ ਦੇ ਹੈਗੇ ਆ, ਉਹਨਾਂ ਦੇ ਨਾਮ ਵਿੱਚ ਕੈਨੇਡਾ ਵੀ ਹੈਗਾ, ਅਮਰੀਕਾ ਵੀ ਹੈਗਾ, UK ਹੈ, ਆਸਟਰੀਆ ਹੈ ਤੇ ਸਪੇਨ ਹੈ। ਇਹ ਸਾਰੇ ਆਪਣੇ ਮੈਨੀਫੈਸਟੋ ਨੂੰ ਪੂਰਾ ਕਰਦੇ ਰਹੇ ਆ। ਪਰ ਜਦੋਂ ਅਸੀਂ ਇੰਡੀਅਨ ਕੰਡੀਸ਼ਨ, ਇੰਡੀਆ ਦਾ ਤਾਂ ਨਾਮ ਹੀ ਨਹੀਂ ਕਿਤੇ, ਉੱਥੇ ਤਾਂ ਪੂਰਾ ਕਰਨ ਦਾ ਕਨਸੈਪਟ ਹੀ ਨਹੀਂ ਹੈ। ਇਹ ਮੈਨੀਫੈਸਟੋ ਦਾ ਨੈਰੇਟਿਵ ਜਿਹੜਾ ਹੈਗਾ ਇਹ ਅੱਜ ਦਾ ਨਹੀਂ ਹੈਗਾ। 1970s ਦੇ ਵਿੱਚ ਹੀ ਗਰੀਬੀ ਹਟਾਓ ਮੈਨੀਫੈਸਟੋ, ਹਾਂਜੀ, ਇੰਦਰਾ ਗਾਂਧੀ ਵੇਲੇ ਹੋਇਆ। ਫਿਰ 2014 ਦੇ ਵਿੱਚ ਤੁਸੀਂ ਦੇਖੋ ਕਿ ਹਰ ਘਰ ਬਲੈਕ ਮਨੀ ਇੰਨੀ ਬਾਹਰ ਹੈ ਜੀ। ਲੋਕਾਂ ਨੂੰ ਕਿੰਨਾ ਬੇਵਕੂਫ ਬਣਾਇਆ ਜਾਂਦਾ ਹੈ।
ਮੈਨੀਫੈਸਟੋ ਇਹ ਵੈਸੇ ਮੈਨੂੰ ਲੱਗਦਾ ਕਿ ਕਿਉਂਕਿ ਇਹ ਸੇਕਰਡ ਡਾਕੂਮੈਂਟ ਆ, ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਤੋਂ ਪਾਰਟੀਆਂ ਤੋਂ ਇਹ ਡਾਕੂਮੈਂਟ ਲੈਣਾ ਚਾਹੀਦਾ ਔਰ ਇਹਦੇ ਵਾਸਤੇ ਇੱਕ ਇੰਡੀਪੈਂਡੈਂਟ ਕਮਿਸ਼ਨ ਬਣਾਉਣਾ ਚਾਹੀਦਾ ਤੇ ਪਾਰਟੀਆਂ ਦਾ ਐਨਾਲਿਸਿਸ ਕਰਨਾ ਚਾਹੀਦਾ। ਦੇਖੋ ਪ੍ਰੋਫੈਸਰ ਗੱਲ ਇਹ ਆ ਕਿ ਇਲੈਕਸ਼ਨ ਕਮਿਸ਼ਨ ਵੀ ਕਿਹਦਾ, ਉਹ ਤਾਂ ਰਾਜ ਕਰਦੀ ਪਾਰਟੀ ਦੇ ਹੱਥ ਵਿੱਚ ਹੈ, ਉਹਨਾਂ ਦੇ ਕੰਟਰੋਲ 'ਚ ਹੈ, ਜੋ ਕਰੂਗੇ ਉਹੀ ਹੋਣਾ। ਤੁਸੀਂ ਦੇਖਿਆ ਹੀ ਬੰਗਾਲ ਦੀ ਇਲੈਕਸ਼ਨ 'ਚ ਕੀ ਹੋਇਆ ਜੀ। ਬੰਗਾਲ ਦੀ ਇਲੈਕਸ਼ਨ ਨੂੰ 8 ਪੜਾਵਾਂ 'ਚ ਵੰਡ ਦਿੱਤਾ ਗਿਆ। ਉਹ ਇਸ ਕਰਕੇ ਵੰਡ ਦਿੱਤਾ ਗਿਆ ਕਿ ਉਹ ਪ੍ਰਧਾਨ ਮੰਤਰੀ ਦੀ ਸਹੂਲਤ ਮੁਤਾਬਕ ਕਿ ਪ੍ਰਧਾਨ ਮੰਤਰੀ ਨੇ ਹਰ ਇੱਕ ਏਰੀਏ ਦੇ ਵਿੱਚ ਜਾਣਾ, ਉਹਦੇ ਮੁਤਾਬਕ ਇਲੈਕਸ਼ਨ ਜਿਹੜੇ ਆ ਉਸ ਢੰਗ ਨਾਲ ਡਿਵਾਈਡ ਕਰਤੇ ਗਏ। ਹਾਲਾਂਕਿ ਉਹ 3-4 'ਚ ਵੀ ਮੁਕਾਏ ਜਾ ਸਕਦੇ ਸੀਗੇ, ਕਰੋਨਾ ਦਾ ਕਿੱਡਾ ਕਹਿਰ ਸੀਗਾ, ਠੀਕ ਹੈ ਜੀ। ਇਹਦੇ ਬਾਵਜੂਦ ਵੀ ਜਿਹੜਾ ਉਹ ਲੱਗ ਹੀ ਰਿਹਾ ਸੀਗਾ ਕਿ ਇਲੈਕਸ਼ਨ ਕਮਿਸ਼ਨ ਦੇ ਕੋਲੋਂ ਆਪਦੇ ਹਿਸਾਬ ਨਾਲ ਕੰਮ ਕਰਵਾਇਆ ਜਾ ਰਿਹਾ। ਮੈਨੂੰ ਤਾਂ ਕੋਈ ਉਮੀਦ ਨਹੀਂ ਕਿ ਇਲੈਕਸ਼ਨ ਕਮਿਸ਼ਨ ਕੋਈ ਇੱਦਾਂ ਦਾ ਕੋਈ ਸਖਤ ਸਟੈਂਡ ਲੈ ਸਕਦਾ ਹੋਵੇ, ਕਿਉਂਕਿ ਉਹਦੇ ਕੋਲ ਕਾਨੂੰਨੀ ਹੱਕ ਵੀ ਹੈ ਨਹੀਂ ਕੋਈ ਵੀ, ਉਹਦੇ ਕੋਲ ਸੰਵਿਧਾਨਕ ਹੱਕ ਵੀ ਹੈ ਨਹੀਂ ਕੋਈ। ਤਾਂ ਪਾਰਲੀਮੈਂਟ ਹੀ ਪਾਸ ਕਰੇ ਨਾ ਕਰੇ, ਤੇ ਪਾਰਲੀਮੈਂਟ 'ਚ ਕੌਣ ਬੈਠਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ। ਜੇ ਕੱਲ ਕੋਰਟਾਂ ਦੀ ਗੱਲ ਕਰਦੇ ਆ ਤੇ ਕੋਰਟਾਂ ਦੇ ਬਾਰੇ ਵੀ ਲੋਕਾਂ ਨੂੰ ਬਹੁਤ ਸਾਰਾ ਗਿਆਨ ਹੋ ਚੁੱਕਾ, ਚਾਨਣ ਹੋ ਚੁੱਕਾ ਕਿ ਕੋਰਟਾਂ ਵੀ ਕੀ ਕਰਦੀ। ਜੱਜ ਤੇ ਡਿਪੈਂਡ ਕਰਦਾ, ਇੱਕ ਇੰਡੀਵਿਜੂਅਲ ਤੇ ਡਿਪੈਂਡ ਕਰਦਾ ਕਿ ਉਹ ਕੀ ਹੈ, ਕੀ ਉਹਨੂੰ ਲੱਗਦਾ ਉਹਦਾ ਫਿਊਚਰ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਜਾਂ ਰਾਜ ਸਭਾ 'ਚ ਜਾਣਾ, ਜਾਂ ਕਿਸੇ ਘਰ ਬੈਠ ਕੇ ਜਿਹੜੀ ਹੈਗੀ ਆ ਆਪਦੀ ਬਾਕੀ ਜ਼ਿੰਦਗੀ ਜਿਹੜੀ ਆ ਉਹ ਸੌਖੇ ਤਰੀਕੇ ਨਾਲ ਗੁਜ਼ਾਰਨੀ। ਜੇ ਤਾਂ ਉਹਦੇ ਦਿਮਾਗ 'ਚ ਇਹ ਗੱਲ ਹੋਵੇ ਕਿ ਮੈਂ ਆਪਦਾ ਕੰਮ ਇਮਾਨਦਾਰੀ ਨਾਲ ਕਰਨਾ ਤੇ ਉਹ ਕਾਨੂੰਨ ਦੇ ਮੁਤਾਬਕ ਸਾਰੇ ਕੇਸ ਜਿਹੜੇ ਆ ਉਹ ਡੀਲ ਕਰੂਗਾ। ਜੇ ਉਹਨੂੰ ਲੱਗੂਗਾ ਕਿ ਮੈਨੂੰ ਤਾਂ ਰਾਜ ਸਭਾ 'ਚ ਹੁਣ ਚਲੇ ਜਾਣਾ ਚਾਹੀਦਾ, 5 ਸਾਲ ਮੈਂ 4 ਸਾਲ ਜਿਹੜੇ ਆ ਸੌਖੇ ਮੇਰੇ ਹੋਰ ਲੰਘ ਜਾਣਗੇ, ਚਲੋ ਫਿਰ ਨੈਕਸਟ ਟਰਮ ਆ ਜਾਊ, ਨੈਕਸਟ ਟਰਮ ਆ ਜਾਊ, ਤੇ ਫਿਰ ਉਹ ਇੱਦਾਂ ਦੇ ਫੈਸਲੇ ਸੁਣਾਊਗਾ। ਇਹ ਸਾਰਾ ਸਟਰਕਚਰ, ਸਾਰਾ ਢਾਂਚਾ ਇਸ ਬੇਹੂਦਗੀ ਤੱਕ ਵਿਗੜ ਚੁੱਕਾ, ਜਿਹਨੂੰ ਆਪਾਂ ਕਹੀਏ ਜੀ ਸੁਧਰ ਜਾਵੇ ਚਾਂਸਸ ਘੱਟ ਹੈ। ਹੁਣ ਪੰਜਾਬ ਦੀ ਗੱਲ ਆਪਾਂ ਦੁਬਾਰਾ ਕਰ ਲਈਏ। ਤੁਸੀਂ ਇੱਕ ਗੱਲ ਕਹੀ ਸੀ ਵੀ ਬਦਲ ਨਹੀਂ ਹੈਗਾ। ਜਦੋਂ ਆਮ ਆਦਮੀ ਪਾਰਟੀ ਦਾ ਕਨਸੈਪਟ ਆਇਆ ਸਾਹਮਣੇ, ਪਿਛਲੀ ਇਲੈਕਸ਼ਨ 'ਚ ਆ ਗਿਆ, ਠੀਕ ਹੈ ਜੀ, 2017 ਦੀ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਦੇ ਜਿਹੜੇ ਭਾਰਤ ਤੋਂ ਬਾਹਰ ਲੋਕ ਰਹਿੰਦੇ ਆ, ਭਾਵੇਂ ਉਹ ਕੈਨੇਡਾ ਅਮਰੀਕਾ 'ਚ ਰਹਿੰਦੇ ਆ ਤੇ ਭਾਵੇਂ ਯੂਰਪੀਅਨ ਕੰਟਰੀ 'ਚ ਰਹਿੰਦੇ, ਪੂਰਾ ਟਿਲ ਲੱਗਾ ਹੋਇਆ ਸੀਗਾ। ਉਹਨਾਂ ਲੋਕਾਂ ਨੇ, ਆਮ ਲੋਕਾਂ ਨੇ ਉਹਨਾਂ ਨੂੰ ਸਪੋਰਟ ਵੀ ਕੀਤੀ, ਉਹਨਾਂ ਨੂੰ ਉੱਥੇ ਜਾ ਕੇ ਆਪਦੇ ਰਿਸ਼ਤੇਦਾਰਾਂ ਨੂੰ ਵੀ ਕਿਹਾ ਕਿ ਇਹਨਾਂ ਨੂੰ ਵੋਟ ਪਾਓ, ਪੈਸੇ ਵੀ ਦਿੱਤੇ। ਬਿਲਕੁਲ, ਮਤਲਬ ਹਰ ਤਰ੍ਹਾਂ ਦੀ ਪੂਰੀ ਸਪੋਰਟ ਕੀਤੀ। ਉਹਨਾਂ ਦੇ ਬੜੀ ਮੁਸ਼ਕਲ ਨਾਲ ਤੁਸੀਂ ਦੇਖੋ 20 ਬੰਦੇ ਜਿੱਤੇ, 20 ਬੰਦਿਆਂ ਨੇ ਅੱਗੋਂ 20 ਧੜੇ ਬਣਾ ਲਏ। ਹੁਣ ਜਿਸ ਤਰੀਕੇ ਦੇ ਨਾਲ ਹਰ ਇੱਕ ਬੰਦੇ ਨੂੰ ਵੈਲਕਮ, ਵੀ ਤੂੰ ਵੀ ਆ ਜਾ, ਤੂੰ ਵੀ ਆ ਜਾ, ਤੂੰ ਵੀ ਆ ਜਾ, ਉਹਦੀ ਕੁਆਲਿਟੀ ਕੀ ਦੇਖੀ ਜਾਂਦੀ ਹੈ। ਪੋਲੀਟੀਕਲ ਪਾਰਟੀਆਂ ਕੀ ਵੇਖਦੀਆਂ, ਖਾਸ ਕਰਕੇ ਉਹ ਪਾਰਟੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਕਿ ਅਸੀਂ ਤਾਂ ਰੈਗੂਲੇਸ਼ਨ ਲੈ ਆਉਣਾ, ਅਸੀਂ ਸਮਾਜਿਕ ਤਬਦੀਲੀ ਲੈ ਆਉਣੀ, ਆਰਥਿਕ ਤਬਦੀਲੀ ਲੈ ਆਉਣੀ ਆ। ਉਹ ਪਾਰਟੀ ਵੀ ਜਦੋਂ ਇੱਦਾਂ ਸੋਚਦੀ ਹੈ ਕਿ ਜਿਹੜਾ ਵੀ ਦੂਜੀ ਪਾਰਟੀ ਵਿੱਚੋਂ ਸਾਡੇ 'ਚ ਆ ਰਿਹਾ ਹੈਗਾ ਉਹ ਦੁੱਧ ਧੋਤਾ। ਉਂਝ ਬੀਜੇਪੀ ਨੇ ਵੀ ਇਹੀ ਕੁਛ ਕੀਤਾ ਪੰਜਾਬ 'ਚ, ਨਹੀਂ ਪੰਜਾਬ ਤੋਂ ਬਾਹਰ। ਪੰਜਾਬ ਤੋਂ ਬਾਹਰ ਉਹਨਾਂ ਨੇ ਬੰਗਾਲ 'ਚ ਕੀ ਕੁਛ ਹੋਇਆ, ਬੰਗਾਲ ਦੇ ਵਿੱਚ ਜਿਹੜੀ ਤ੍ਰਿਣਮੂਲ ਕਾਂਗਰਸ ਸੀਗੀ ਉਹਦੇ ਬੰਦਿਆਂ ਨੂੰ ਜ਼ਬਰਦਸਤੀ ਉਹਨਾਂ ਤੇ ਧਮਕੀ ਦਿੱਤੀ ਕਿ ਤੁਹਾਡੇ ਤੇ ਇਹ ਕੇਸ ਪਾ ਦਾਂਗੇ। ਉਹਨਾਂ ਦੇ ਮਗਰ ਈਡੀ ਵੀ ਲਾਤਾ, ਉਹਨਾਂ ਦੇ ਮਗਰ CBI ਵੀ ਲਾਤੀ, ਉਹਨਾਂ ਮਗਰ ਹੋਰ ਜਿਹੜੀਆਂ ਐਨਫੋਰਸਮੈਂਟ ਜਿਹੜੀਆਂ ਤਾਕਤਾਂ ਸੀਗੀਆਂ ਉਹ ਵੀ ਮਗਰ ਲਾਤੀਆਂ। ਉਹਨਾਂ ਡਰਾ ਧਮਕਾ ਕੇ ਆਪਦੀ ਪਾਰਟੀ 'ਚ ਸ਼ਾਮਿਲ ਕਰ ਲਿਆ, ਤੇ ਉਹ ਦੁੱਧ ਧੁੱਤ ਥੋੜ੍ਹੀ ਹੋ ਗਏ। ਇੱਦਾਂ ਦੀ ਕੋਸ਼ਿਸ਼ ਹੁੰਦੀ ਰਹਿੰਦੀ। ਇਹ ਜਿਹੜਾ ਸਮਾਜਿਕ ਤੌਰ ਤੇ ਸਿਆਸੀ ਪਾਰਟੀਆਂ ਨੇ ਸਾਰਾ ਤਾਣਾ ਬਾਣਾ ਜਿਹੜਾ ਸੀ ਭ੍ਰਿਸ਼ਟ ਕਰ ਦਿੱਤਾ, ਇਹਦੇ ਵਿੱਚ ਲੋਕਾਂ ਦੀ ਬੜੀ ਵੱਡੀ ਬੇਵੱਸੀ ਹੋਈ ਪਈ ਹੈ। ਹੁਣ ਲੋਕ ਆਪਾਂ ਦੂਜੇ ਪਾਸੇ ਦੇਖੀਏ, ਪੰਜਾਬ ਦੇ ਕਿਸਾਨ ਮੈਜੋਰਿਟੀ ਵਿੱਚ, ਬਿਨਾਂ ਸ਼ੱਕ ਪੂਰੇ ਕੰਟਰੀ ਦੇ ਕਿਸਾਨ ਉੱਥੇ ਸਟਰਗਲ ਕਰ ਰਹੇ ਆ, ਐਜੀਟੇਸ਼ਨ ਕਰ ਰਹੇ ਆ, ਪਰ ਮੈਜੋਰਿਟੀ ਕਿਸਾਨਾਂ ਦੀ ਪੰਜਾਬ ਦੇ ਦੀ ਹੈਗੀ ਆ। ਦੂਜਾ ਨੰਬਰ ਹਰਿਆਣੇ ਦਾ ਆਉਂਦਾ। ਹਰਿਆਣੇ 'ਚ ਚਲੋ ਉਹ ਥੋੜ੍ਹੇ ਜਿਹੇ ਜ਼ਿਆਦਾ ਅਗਰੈਸਿਵ ਹੈਗੇ ਆ ਹਰਿਆਣਵੀਆਂ ਨੇ, ਜੋ ਪਿਛਲੇ ਸਮੇਂ 'ਚ ਸਰਕਾਰ ਦੇ ਨੱਕ 'ਚ ਦਮ ਲਿਆਂਦਾ, ਉਹਨਾਂ ਦੀ ਅਗਰੈਸਿਵਨੈਸ ਨੇ ਲਿਆਂਦਾ। ਪੰਜਾਬ ਵਿੱਚ ਇੱਦਾਂ ਨਹੀਂ ਹੋਇਆ। ਹੁਣ ਕੁਝ ਘਟਨਾਵਾਂ ਇੱਦਾਂ ਦੀਆਂ ਵਾਪਰ ਰਹੀਆਂ ਜਿਹਦੇ ਤੋਂ ਲੱਗਦਾ ਕਿ ਲੋਕਾਂ ਦੇ ਵਿੱਚ ਬੇਸ ਲੈਵਲ ਤੇ ਗਰਾਊਂਡ ਲੈਵਲ ਤੇ ਇਸ ਤਰੀਕੇ ਦੀ ਰਿਜੈਂਟਮੈਂਟ ਹੋ ਗਈ ਕਿ ਸਿਆਸੀ ਪਾਰਟੀਆਂ ਸਾਨੂੰ ਬੇਵਕੂਫ ਬਣਾਉਣ ਤੁਲੀਆਂ ਹੋਈਆਂ। ਕੀ ਲੱਗਦਾ ਜੀ ਕਿ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਰਾਜਨੀਤਿਕ ਪਾਰਟੀਆਂ ਮਜਬੂਰ ਹੋ ਜਾਣਗੀਆਂ ਆਪਦੇ ਮੈਨੀਫੈਸਟੋ ਨੂੰ ਪਾਰਦਰਸ਼ੀ ਬਣਾਉਣ ਦੇ ਲਈ, ਜਾਂ ਲੋਕਾਂ ਦੇ ਨਾਲ ਘੱਟ ਵਾਅਦੇ ਕਰਨਗੀਆਂ, ਜਾਂ ਉਹੀ ਵਾਅਦੇ ਕਰਨਗੀਆਂ ਜਿਹੜੇ ਸੱਚੀ ਮੁੱਚੀ ਉਹ ਪੂਰੇ ਕਰ ਸਕਣ? ਦੇਖੋ, ਜਦੋਂ ਦੀ ਕਿਸਾਨੀ ਦੀ ਮੂਵਮੈਂਟ ਹੈ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਹਿਸਟੋਰੀਕਲ ਮੂਵਮੈਂਟ ਹੈ। ਇਸ ਮੂਵਮੈਂਟ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਸੁਚੇਤ ਕੀਤਾ ਹੈ। ਠੀਕ ਹੈ। ਔਰ ਤੁਸੀਂ ਦੇਖੋ, ਇਸ ਮੂਵਮੈਂਟ ਨੇ ਪਿੰਡ ਦੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ
ਵੱਡੇ ਸ਼ਹਿਰ ਦੀ ਵੱਡੀ ਤੇ ਕੋਠੀ ਵਿੱਚ ਬੈਠਾ ਜਿਹੜਾ ਇਨਸਾਨ ਹੈ ਨਾ, ਉਹ ਇਸ ਤੋਂ ਪ੍ਰਭਾਵਿਤ ਹੋਇਆ। ਬਿਲਕੁਲ ਬਿਲਕੁਲ। ਇਸ ਦੀ ਮੂਵਮੈਂਟ ਦੀ ਜਿਹੜੀ ਖੂਬਸੂਰਤੀ ਹੈ, ਇੱਕ ਤਾਂ ਇਹਨਾਂ ਦਾ ਏਕਾ ਸੀ, ਸੈਕੰਡ ਇਹ ਸੀ ਕਿ ਇਹਨਾਂ ਨੇ ਪੀਸਫੁਲ ਇਹਨੂੰ ਚਲਾਇਆ। ਜੇ ਥੋੜਾ ਬਹੁਤਾ ਵਾਇਲੈਂਟ ਹੁੰਦੇ ਸਰਕਾਰ ਹੋਵੇ ਇਹਨਾਂ ਨੂੰ ਦਬਾ ਦਿੱਤਾ। ਤਾਂ ਇਹ ਲੀਡਰਸ਼ਿਪ ਬੜੀ ਵਾਈਜ਼ ਲੀਡਰਸ਼ਿਪ ਹੈ। ਦੂਜੀ ਗੱਲ ਇਹਨਾਂ ਨੇ ਜਿਹੜੀ ਕੀਤੀ ਹੈਗੀ ਆ ਕਿ ਇਹਨਾਂ ਨੇ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਆਪ ਤੋਂ ਦੂਰ ਰੱਖਿਆ। ਹਰੇਕ ਪੋਲੀਟੀਕਲ ਪਾਰਟੀ ਦੀ ਕੋਸ਼ਿਸ਼ ਸੀਗੀ ਕਿ ਇਹਨਾਂ ਦੀ ਸਟੇਜ ਤੇ ਜਾ ਕੇ ਉੱਥੇ ਜਿੰਦਾਬਾਦ ਦੇ ਨਾਅਰੇ ਲਵਾ ਲੈਣ, ਪਰ ਲੀਡਰਸ਼ਿਪ ਸੁਚੇਤ ਸੀ, ਲੱਗੇ ਲੱਗਣ ਦਿੱਤੇ, ਉਹਨਾਂ ਨੇ ਲੱਗੇ ਨਹੀਂ ਲੱਗੇ। ਇਸੇ ਕਰਕੇ ਲੰਬੇ ਟਾਈਮ ਲਈ ਇਹਦਾ ਇੰਪੈਕਟ ਜਿਹੜਾ ਹੈਗਾ ਨਾ, ਜਿੱਥੇ ਲੀਡਰਸ਼ਿਪ ਤੇ ਆ, ਪੋਲੀਟੀਕਲ ਲੀਡਰਸ਼ਿਪ ਤੇ ਆ। ਹੁਣ ਵੀ ਜਦੋਂ ਜਾ ਰਹੇ ਆ, ਕਾਂਗਰਸ ਦੇ ਬੰਦੇ ਜਾ ਰਹੇ ਆ, ਲੋਕਾਂ ਘੇਰੇ ਜਾ ਰਹੇ ਆ, ਬੀਜੇਪੀ ਦੇ ਘੇਰੇ ਜਾ ਰਹੇ ਆ, ਈਵਨ ਆਪ ਵਾਲਿਆਂ ਵੀ ਨੂੰ ਉਹਨਾਂ ਨੇ ਮਾਫ ਨਹੀਂ ਕਰਨਾ, ਕਿਉਂਕਿ ਆਪ ਜਿਹੜੀ ਪਾਰਟੀ ਹੈਗੀ ਹੈ ਨਾ, ਇਹਦਾ ਜਿਹੜਾ ਪੋਲੀਟੀਕਲ ਸਟਰਕਚਰ ਹੈ ਉਹ ਪੰਜਾਬ ਦੀਆਂ ਪੋਲੀਟੀਕਲ ਸਟਰਕਚਰ ਪਾਰਟੀਆਂ ਦੇ ਸਟਰਕਚਰ ਨਾਲੋਂ ਡਿਫਰੈਂਟ ਹੈ। ਦੇਖੋ ਅਰਵਿੰਦ ਕੇਜਰੀਵਾਲ ਜੀ ਆਏ, ਉਹਨਾਂ ਨੇ ਇਹ ਗੱਲ ਕਹਿਣੀ ਪਈ ਕਿ ਜਿਹੜਾ ਚੀਫ ਮਿਨਿਸਟਰ ਹੋਊਗਾ ਉਹ ਸਿੱਖ ਕਮਿਊਨਿਟੀ ਚ ਹੋਊਗਾ, ਜੇ ਕਿ ਕਹਿਣੀ ਨਹੀਂ ਬਣਦੀ ਸੀ। ਤੁਸੀਂ ਬਣਾ ਲਓ ਪਰ ਇਹ ਗੱਲ ਕਹਿਣੀ ਨਹੀਂ ਸੀ ਬਣਦੀ। ਇਹਦਾ ਮਤਲਬ ਕਿ ਇਨਹੇਰੈਂਟ ਫੀਅਰਸ ਨੇ ਵੀ ਜੇ ਅਸੀਂ ਕਿਸੇ ਹੋਰ ਦੇ ਨਾਮ ਨੂੰ ਪ੍ਰੋਜੈਕਟ ਕਰਾਂਗੇ। ਇਹ ਗੱਲ ਸ਼ਾਇਦ ਤਾਂ ਕਹੀ ਗਈ ਕਿ ਪਿਛਲੀ ਵਾਰੀ ਇਦਾਂ ਹੋਈ ਨਾ, ਹਾਂ ਪਿਛਲੀ ਵਾਰੀ ਇਦਾਂ ਹੋਈ ਤੇ ਉਹ ਹੁਣ ਉਹ ਕੰਵਰ ਕੀ ਨਾਮ ਉਹਨਾਂ ਦਾ, ਸੌਰੀ ਕੰਵਰ ਪ੍ਰਤਾਪ ਸਿੰਘ ਜੀ, ਕੰਵਰ ਵਿਜੇ ਪ੍ਰਤਾਪ, ਹਾਂ ਵਿਜੇ ਪ੍ਰਤਾਪ ਜੀ, ਉਹ ਜੁਆਇਨ ਕਰ ਗਏ। ਲੋਕਾਂ ਦੀ ਐਕਸਪੈਕਟੇਸ਼ਨ ਹੈ ਕਿ ਹੀ ਇਜ਼ ਵੈਰੀ ਓਨੈਸਟ ਆਫੀਸਰ, ਤੇ ਜੇ ਉਹ ਆ ਜਾਣ ਤਾਂ ਕੋਈ ਗੱਲ ਨਹੀਂ, ਸ਼ਾਇਦ ਉਹ ਕੈਂਡੀਡੇਟ ਹੀ ਹੋਊਗਾ, ਸ਼ੋ ਕੈਂਡੀਡੇਟ ਹੋਣਗੇ, ਔਰ ਬਹੁਤ ਓਨੈਸਟ ਨੇ ਔਰ ਬੜਾ ਅੱਛਾ ਕੰਮ ਕੀਤਾ ਹੈਗਾ। ਪੋਲੀਟੀਕਲ ਪਾਰਟੀਆਂ ਦੇ ਆਪਦੇ ਵਿਊਜ਼ ਸੀਗੇ, ਉਹਨਾਂ ਬਾਰੇ ਉਹਨਾਂ ਨੇ ਰੱਖਣੇ ਹੁੰਦੇ ਹੈਗੇ। ਤਾਂ ਇਸ ਕਰਕੇ ਨਾ ਜਿਹੜਾ ਗਰਾਊਂਡ ਲੈਵਲ ਹੈਗਾ ਉਹ ਆਪ ਦੀ ਪੋਲੀਟੀਕਲ ਫਿਲਾਸਫੀ ਨੂੰ ਅੰਡਰਸਟੈਂਡ ਨਹੀਂ ਕਰ ਰਿਹਾ। ਇਸ ਗੱਲ ਦੇ ਵਿੱਚ ਮੈਂ ਸਮਝਦਾ ਕਿ ਇਹ ਜ਼ਿਆਦਾ ਕਾਮਯਾਬ ਨਹੀਂ ਗਰਾਊਂਡ ਲੈਵਲ ਤੇ, ਕਿਉਂਕਿ ਇਹਨਾਂ ਦੀ ਜਿਹੜੀ ਰਾਜਨੀਤੀ ਆ ਉਹ ਇਸ ਟਾਈਮ ਪਿਛਲੇ 4 ਸਾਲ ਤੋਂ ਕਾਂਗਰਸ ਨੂੰ ਨਿੰਦਣ ਦੀ ਹੈ। ਤਾਂ ਸਿਚੁਏਸ਼ਨ ਐਸੀਆਂ ਆ ਰਹੀਆਂ ਨੇ ਵੀ ਕਾਂਗਰਸ ਤੇ ਅਕਾਲੀ ਦੋਨੋਂ ਇਹ ਟ੍ਰੈਡੀਸ਼ਨਲ ਪਾਰਟੀਆਂ ਨੇ, ਆਲਮੋਸਟ ਸਿਮਿਲਰ ਇਹਨਾਂ ਦੇ ਮੈਨੀਫੈਸਟੋ ਹੁੰਦੇ ਆ। ਕਿੱਥੇ ਕਿੱਥੇ ਕੰਪਰੋਮਾਈਜ਼ ਕੌਣ ਕਰ ਜਾਂਦਾ ਹੈ? ਉਹੀ ਬੰਦੇ ਹੁੰਦੇ ਜੀ, ਕਦੀ ਉੱਧਰ ਕਦੀ ਉੱਧਰ। ਜਿਹੜੀ ਗੱਲ ਤੁਸੀਂ ਕਹੀ ਸੀ ਬੀਐਸਪੀ ਦੀ ਵੀ ਪੰਜਾਬ ਦੇ ਵਿੱਚ ਕੋਈ ਬੜੀ ਜਗ੍ਹਾ ਨਹੀਂ ਸੀ, ਹੈ ਨਹੀਂ ਬਿਲਕੁਲ। ਉਹ ਵੀ ਇੱਕ ਸਪੇਸ ਲੱਭ ਰਹੇ ਸੀ, ਤੇ ਅਕਾਲੀ ਦਲ ਆਪਦੇ ਪਾਰਟ ਤੋਂ ਦੂਰ ਹੋਇਆ ਇਹ ਮਹਿਸੂਸ ਕਰ ਰਿਹਾ ਸੀ ਕਿ ਮੈਂ ਇਕੱਲਾ। ਮੈਨੂੰ ਲੱਗਦਾ ਕਿ ਅਕਾਲੀ ਦਲ ਨੂੰ ਸ਼ਾਇਦ ਇਹ ਲੱਗਦਾ ਕਿ ਮੈਂ ਇਕੱਲਾ ਕੁਝ ਕਰ ਨਹੀਂ ਸਕਦਾ, ਇਸੇ ਕਰਕੇ ਉਹਨਾਂ ਨੇ ਬੀਐਸਪੀ ਦੇ ਨਾਲ ਉਹਨਾਂ ਦਿਨਾਂ ਵਿੱਚ ਨਿਊਜ਼ ਵੀ ਆਈ ਸੀ। ਕਿੰਨਾ ਫਾਇਦਾ ਹੁੰਦਾ ਅਜੇ ਕੋਈ ਨਹੀਂ ਕਹਿ ਸਕਦੇ, ਇਹਦੇ ਦੋਨੋਂ ਪੱਖ ਨੇ। ਇਹ ਡਿਸਕਸ਼ਨ ਇਹ ਵੀ ਆ, ਡਿਬੇਟ 'ਚ ਇਹ ਗੱਲ ਵੀ ਆ ਰਹੀ ਹੈ ਕਿ ਜਿਹੜੀ ਬੀਐਸਪੀ ਹੈਗੀ ਆ ਇਹ ਇੰਟੈਂਸ਼ਨਲੀ ਅਕਾਲੀ ਦਲ ਦੇ ਨਾਲ ਜੋੜੀ ਗਈ ਆ, ਕਿਉਂਕਿ ਮਾਇਆਵਤੀ ਜਿਹੜੀ ਹੈਗੀ ਆ, ਬੀਬੀ ਮਾਇਆਵਤੀ ਜੀ, ਉਹ ਜਿਹੜੇ ਹੈਗੇ ਆ ਸ਼ਾਇਦ ਯੂਪੀ ਦੇ ਵਿੱਚ ਬੀਜੇਪੀ ਦੇ ਨਾਲ ਸਮਝੌਤਾ ਕਰ ਜਾਣ। ਅਗਰ ਉੱਥੇ ਸਮਝੌਤਾ ਕਰ ਜਾਂਦੇ ਨੇ ਤੇ ਬਾਈ ਡਿਫਾਲਟ ਇਹ ਬੀਜੇਪੀ ਨਾਲ ਸਮਝੌਤਾ ਹੀ ਆ, ਤੇ ਜਿਹੜੀ ਬੀਜੇਪੀ ਦੀ ਵੋਟ ਆ ਬੀਐਸਪੀ ਤੇ ਅਕਾਲੀ ਦਲ ਨੂੰ ਪ੍ਰੈਸ ਕਰਨਗੇ। ਤਾਂ ਇਹ ਵੱਡੇ ਜਿਹੜੇ ਹੁੰਦੇ ਹੈਗੇ ਸਮਝੌਤੇ ਆ, ਇਹਨਾਂ ਦੇ ਬਿਹਾਈਂਡ ਮੇਰੇ ਵਰਗੇ ਨੂੰ, ਤੁਹਾਡੇ ਵਰਗੇ ਨੂੰ, ਆਮ ਬੰਦਾ ਨਹੀਂ ਸਮਝ ਸਕਦਾ। ਤਾਂ ਇਸ਼ੂ ਇਸ ਟਾਈਮ ਇਹ ਹੈਗਾ, ਜੋ ਮੈਨੂੰ ਲੱਗਦਾ ਕਿ 5-6 ਇਸ਼ੂ ਸਾਡੇ ਪੰਜਾਬ ਦੇ ਸੀਗੇ, ਇਹ 5-6 ਇਸ਼ੂ ਜਿਹੜੇ ਆ ਗਏ ਆ ਕਿਸੇ ਮੈਨੀਫੈਸਟੋ 'ਚ ਨਹੀਂ ਆਉਣੇ ਵੀ ਨਹੀਂ ਹੈਗੇ। ਪਾਣੀਆਂ ਦਾ ਇਸ਼ੂ ਸੀ ਸਾਡਾ ਚੰਡੀਗੜ੍ਹ ਦਾ ਇਸ਼ੂ ਸੀ, ਪੰਜਾਬੀ ਬੋਲਦੇ ਇਲਾਕਿਆਂ ਦਾ ਸੀ, ਮੋਰ ਪਾਵਰਸ ਟੂ ਦੀ ਸਟੇਟ ਸੀ, ਔਰ ਇਹਦੇ ਨਾਲ ਪੰਜਾਬੀ ਲੈਂਗੁਏਜ ਦੀ ਡਿਵੈਲਪਮੈਂਟ ਸੀ। ਇਹ ਕੁਝ ਸਰਦਾਰ ਸੁਰਜੀਤ ਸਿੰਘ ਬਰਨਾਲਾ ਵੇਲੇ ਤੋਂ ਅਸੀਂ ਇਹ ਗੱਲ ਕਹਿੰਦੇ ਸੀ, ਪਹਿਲਾਂ ਅਕਾਲੀ ਦਲ 20-30 ਸਾਲ ਇਹੀ ਗੱਲਾਂ ਕਹਿੰਦਾ ਰਿਹਾ। ਉਸ ਅਕਾਲੀ ਦਲ ਦੇ ਏਜੰਡੇ 'ਚੋਂ ਵੀ ਇਹ ਬਾਹਰ ਜਾ ਰਹੀਆਂ ਨੇ, ਨਿਕਲ ਗਈਆਂ ਗੱਲਾਂ, ਹੁਣ ਹੈ ਨਹੀਂ ਗਈਆਂ। ਜਦੋਂ ਕਿ ਲੜਾਈ ਦਾ ਮੁੱਦਾ ਇੱਥੋਂ ਸ਼ੁਰੂ ਹੁੰਦਾ ਸੀਗਾ, ਜਦੋਂ ਅਕਾਲੀ ਦਲ ਨੇ ਇੰਡੀਪੈਂਡੈਂਟਲੀ ਇਲੈਕਸ਼ਨ ਲੜਨੀ ਸ਼ੁਰੂ ਕੀਤੀ ਆ 77 ਤੋਂ ਬਾਅਦ, 77 ਵਿੱਚ ਜਦੋਂ ਪਹਿਲੀ ਵਾਰੀ ਸਰਕਾਰ ਬਣੀ ਆ ਮੈਜੋਰਿਟੀ ਨਾਲ ਪੰਜਾਬ ਦੇ ਵਿੱਚ, ਇੰਡੀਪੈਂਡੈਂਸ ਗਵਰਨਮੈਂਟ ਬਣੀ ਆ, ਉਦੋਂ ਭਾਵੇਂ ਜਨਸੰਘ ਦੀ ਜਗ੍ਹਾ ਬੀਜੇਪੀ ਨੂੰ ਲੈਣਾ ਪੈ ਗਿਆ ਨਾਲ, ਪਰ ਮੈਜੋਰਿਟੀ ਜਿਹੜੀ ਸੀਗੀ ਅਕਾਲੀਆਂ ਦੇ ਕੋਲ ਸੀ। ਉਦੋਂ ਇਹ ਮਸਲੇ ਜਿਹੜੇ ਸੀ ਉਭਾਰੇ ਜਾਂਦੇ ਸੀ, ਇਹਨਾਂ ਨਾਅਰਿਆਂ ਦੇ ਨਾਂ ਤੇ ਵੋਟਾਂ ਮੰਗੀ ਜਾਂਦੀਆਂ ਸੀ। ਹੁਣ ਤਾਂ ਨਾਅਰੇ ਨਹੀਂ ਹੈਗੇ, ਹੁਣ ਤਾਂ ਨਾਅਰੇ ਜਿਹੜੇ ਆ ਉਹ ਦਾਲ ਰੋਟੀ ਵਾਲੇ ਆ। ਔਰ ਜੇ ਅਗਰ ਦਾਲ ਰੋਟੀ ਦੇ ਕੇ ਲੋਕਾਂ ਨੂੰ ਫਿਰ ਵੋਟਾਂ ਲੈ ਕੇ ਸਰਕਾਰ ਬਣਾਈ ਜਾਂਦੀ ਹੈਗੀ ਆ, ਤਾਂ ਮੈਨੂੰ ਲੱਗਦਾ ਕਿ ਅਸੀਂ 5-5 ਸਾਲ ਫਿਰ ਹੋਰ ਪਿੱਛੇ ਜਾਵਾਂਗੇ। ਜਿਹੜਾ ਸਾਡਾ ਸਮਾਜ ਆ ਇਸ ਟਾਈਮ ਸਭ ਤੋਂ ਵੱਡੀ ਹੈਗੀ ਆ ਬੱਚਿਆਂ ਦੀ ਐਜੂਕੇਸ਼ਨ ਦਾ ਇਸ਼ੂ ਹੈਗਾ। ਬੱਚੇ ਕਿੰਨੇ ਮਾਈਗ੍ਰੇਟ ਕਰ ਰਹੇ ਹੈਗੇ ਉੱਥੋਂ, ਸਾਰੀ ਸਾਡੀ ਵੈਲਥ ਜਿਹੜੀ ਆ ਇੱਧਰ ਨੂੰ ਆ ਰਹੀ ਹੈਗੀ ਆ।
ਹਿਊਮਨ ਵੈਲਥ ਵੀ ਆ ਰਹੀ ਹੈ ਤੇ ਫਿਜ਼ੀਕਲ ਵੈਲਥ ਵੀ ਆ ਰਹੀ ਹੈ। ਮੈਂ ਤੁਹਾਨੂੰ ਫਿਗਰ ਦੱਸਦਾ ਕਿ 1981 ਦੇ ਵਿੱਚ ਹਾਂਜੀ ਅਸੀਂ GDP ਦੇ ਪੱਖ ਤੋਂ ਨੰਬਰ 1 ਤੇ ਸੀਗੇ। ਹੂੰ ਫਿਰ ਵੀ 20 ਸਾਲ ਤੱਕ 2001 ਤੱਕ ਅਸੀਂ ਚੌਥੇ ਤੇ ਪਹੁੰਚੇ। ਇਹ ਇੰਡੀਆ ਲੈਵਲ ਦੇ ਸਟੈਟਸ ਨਾ ਇਹ ਪੰਜਾਬ ਲੈਵਲ ਪੰਜਾਬ 1981 ਦਾ ਜਿਹੜਾ ਸੀ, ਯਾਨੀ 1981 ਚ ਅਸੀਂ ਬਹੁਤ ਅੱਛੇ ਸੀਗੇ। ਤੇ ਉਸ ਤੋਂ ਬਾਅਦ ਸਰਕਾਰਾਂ ਕਿਹੜੀਆਂ ਆਈਆਂ ਨੇ, ਜਾਂ ਕਾਂਗਰਸ ਦੀ ਆਈ ਜਾਂ BJP ਆਈ, ਕਾਂਗਰਸ ਦੀਆਂ ਕਰਦੀਆਂ ਦੀ ਅਕਾਲੀਆਂ ਦੀ ਆਈ। ਤਾਂ ਇਹ 40 ਸਾਲ ਦੇ ਵਿੱਚ ਰਿਸਪੌਂਸੀਬਲ ਕੌਣ ਨੇ? ਇਹ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਰਿਸਪੌਂਸੀਬਲ ਨੇ। ਇੱਕ ਪ੍ਰੋਫੈਸਰ ਮੈਂ ਤੁਹਾਡੇ ਨਾਲ ਹੋਰ ਗੱਲ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ। ਛੋਟੇ ਤੋਂ ਛੋਟਾ ਜਿਹੜਾ ਪੋਲੀਟੀਕਲ ਯੂਨਿਟ ਹੈ ਉਹ ਪਿੰਡ ਹੈ, ਪੰਚਾਇਤ। ਉਦੋਂ ਬਾਅਦ ਹੀ ਆਉਂਦੀਆਂ ਨੇ ਜੀ ਜ਼ਿਲ੍ਹਾ ਪਰਿਸ਼ਦ ਆ ਗਈ, ਬਲਾਕ ਸੰਮਤੀ ਆ ਗਈ, ਫਿਰ ਜਿਹੜੀਆਂ ਅਸੈਂਬਲੀ ਆ ਗਈ, ਫਿਰ ਪਾਰਲੀਮੈਂਟ ਆ ਗਈ। ਹੁਣ ਪਿੰਡ ਦੀ ਪੰਚਾਇਤ ਲੈਵਲ ਤੇ ਜਦੋਂ ਗੱਲ ਹੁੰਦੀ ਹੈ ਜੀ, ਉੱਥੇ ਵੀ ਮੈਨੂੰ ਲੱਗਦਾ ਕਿ ਮੁੱਦੇ ਜਿਹੜੇ ਆ ਉਹ ਡਿਵੈਲਪਮੈਂਟ ਵਾਲੇ ਨਹੀਂ, ਗੈਪ ਹੀ ਹੁੰਦੇ ਆ। ਠੀਕ ਹੈ ਜੀ, ਉੱਥੇ ਲੋਕ ਤਾਂ ਵੋਟ ਉਸ ਬੰਦੇ ਨੂੰ ਪਾ ਦਿੰਦੇ ਆ, ਉਸ ਸ਼ਖਸੀਅਤ ਨੂੰ ਪਾ ਦਿੰਦੇ ਆ ਕਿ ਜੇ ਭਾਈ ਕੱਲ ਨੂੰ ਕੋਈ ਲੜਾਈ ਝਗੜਾ ਹੋ ਗਿਆ, ਇਹ ਬੰਦਾ ਖੜਨ ਵਾਲਾ, ਇਹ ਸਾਡੇ ਨਾਲ ਥਾਣੇ ਜਾ ਕੇ ਬੋਲ ਸਕਦਾ, ਤਹਿਸੀਲ ਕਚਹਿਰੀ ਸਾਡੇ ਨਾਲ ਜਾ ਸਕਦਾ, ਇਦਾਂ ਦੀਆਂ ਹੁੰਦੀਆਂ। ਤੇ ਪਿੰਡਾਂ ਦੇ ਮਸਲੇ ਕਿਹੜੇ ਰਹਿ ਗਏ ਜੀ? ਕੋਈ ਮਸਲਾ ਨਹੀਂ। ਮੈਨੂੰ ਨਹੀਂ ਲੱਗਦਾ ਜੀ ਸਾਡੀ ਜ਼ਿੰਦਗੀ ਅੱਧੀਓਂ ਵੱਧ ਨਿਕਲ ਗਈ ਹੈ, ਹੁਣ ਤਾਂ ਪੌਣੀ ਨਿਕਲ ਗਈ ਕਹਿ ਲਓ। ਅਸੀਂ ਤਾਂ ਗਲੀਆਂ ਨਾਲੀਆਂ ਪੱਕੀਆਂ ਦੇ ਚੱਕਰ 'ਚ ਹੀ ਫਿਰਦੇ ਹਾਂ। ਧਰਮਸ਼ਾਲਾ ਗਲੀਆਂ ਨਾਲੀਆਂ, ਧਰਮਸ਼ਾਲਾ ਬਣੀ ਆ, ਉਹਨੂੰ ਉਹਦੀ ਕੋਈ ਰਿਪੇਅਰ ਨਹੀਂ ਹੁੰਦੀ, ਗ੍ਰਾਂਟ ਹਰ ਸਾਲ ਆਉਂਦੀ। ਬਿਲਕੁਲ ਠੀਕ ਹੈ। ਠੀਕ ਹੈ ਜੀ, ਗਲੀਆਂ ਨਾਲੀਆਂ ਦੇ ਫਰਸ਼ ਜਿਹੜੇ ਇੱਟਾਂ ਚੱਕ ਪੱਟ ਕੇ ਉਹੀ ਦੁਬਾਰਾ ਲਾਤੇ ਜਾਂਦੇ, ਜ਼ਮੀਨ ਥੋੜੀ ਫਰਸ਼ ਜਿਹੜਾ ਉੱਚਾ ਕਰਤਾ ਜਾਂਦਾ, 6 ਇੰਚ ਫੁੱਟ ਉੱਚਾ ਕਰ ਦਿਓ, ਨਾਲੀਆਂ ਜਿਹੜੀਆਂ ਉਹ ਕਰ ਦਿਓ, ਉਹ ਭਾਵੇਂ ਮੁੜ ਕੇ ਚੌਥੇ ਦਿਨ ਪਾਣੀ ਜਿਹੜਾ ਉਹ ਰੁੜ ਜਾਂਦਾ। ਮਤਲਬ ਉੱਦਾਂ ਦੇ ਉਹ ਮੁੱਦੇ, ਛੋਟੇ ਤੋਂ ਛੋਟੇ ਮੁੱਦੇ ਵੀ ਅਸੀਂ ਜਿਹੜੇ ਆ ਉਹ ਨਹੀਂ ਹੱਲ ਕਰਵਾ ਸਕੇ, ਮਸਲੇ ਆਪਦੇ ਹੱਲ ਨਹੀਂ ਕਰਵਾ ਸਕੇ, ਵੱਡੇ ਕਿੱਥੋਂ ਹੋ ਜਾਣਗੇ? ਉਹ ਮਸਲੇ ਜੀ ਉੱਥੇ ਹੀ ਖੜੇ ਆ। ਮੈਂ ਨਾ ਰਵੀਸ਼ ਕੁਮਾਰ ਜੀ ਪਿੱਛੇ ਜੇ ਇਲੈਕਸ਼ਨਾਂ ਦੇ ਵਿੱਚ ਇੱਕ ਪਿੰਡ ਹੈਗਾ ਖੰਨੇ ਦੇ ਕੋਲੇ, ਉੱਥੇ ਗਏ ਨੇ NDTV ਵਾਲੇ, ਉਹਨਾਂ ਨੇ ਲੋਕਾਂ ਨੂੰ ਪੁੱਛਿਆ, ਉਹ ਲੋਕ ਉੱਥੇ ਬੈਠੇ ਨੇ ਜਿੱਥੇ 40 ਸਾਲ ਪਹਿਲਾਂ ਬੈਠੇ ਸੀ। ਸਿਚੁਏਸ਼ਨ ਉੱਥੇ ਹੀ ਹੈਗੀ ਵੀ ਸਾਡਾ ਕੋਈ ਇੰਟਰਸਟ ਨਹੀਂ ਜੀ, ਲੋਕੀ ਇੱਥੇ ਆਉਂਦੇ ਨੇ ਜੀ, ਵੋਟਾਂ ਕਹਿ ਜਾਂਦੇ ਨੇ, ਵੋਟਾਂ ਪਾ ਜਾਂਦੇ ਨੇ। ਇੱਕ ਨਾ ਇੰਪੋਰਟੈਂਟ ਪਾਰਟ ਜਿਹੜਾ ਹੈਗਾ ਮਿਸਿੰਗ, ਜਿਹੜਾ ਮੈਨੂੰ ਪੋਲੀਟੀਕਲ ਨੈਰੇਟਿਵ 'ਚ ਰਿਹਾ ਹੈਗਾ, ਕਿ ਜਦੋਂ ਅਸੀਂ ਪੜ੍ਹਦੇ ਸੀਗੇ ਉਦੋਂ ਸਟੂਡੈਂਟ ਯੂਨੀਅਨ ਦੀਆਂ ਇਲੈਕਸ਼ਨਸ ਹੁੰਦੀਆਂ ਸੀ। ਬਿਲਕੁਲ। ਤਾਂ ਕਾਲਜਸ ਨੇ ਤੇ ਯੂਨੀਵਰਸਿਟੀਆਂ ਨੇ ਬੜੇ ਅੱਛੇ ਲੀਡਰ ਦਿੱਤੇ। ਜਿਹੜਾ ਸਟੂਡੈਂਟ ਯੂਨੀਅਨ ਵਿੱਚੋਂ ਲੀਡਰ ਬਣ ਕੇ ਆਉਂਦਾ ਹੈਗਾ, ਉਹਦੀ ਵਰਕਿੰਗ ਜਿਹੜੀ ਹੈਗੀ ਆ ਉਹ ਕਿਸੇ ਪੋਲੀਟੀਕਲ ਲੀਡਰ ਦੇ ਲੜਕੇ ਨਾਲੋਂ ਬਿਲਕੁਲ ਡਿਫਰੈਂਟ ਹੈ। ਬਿਲਕੁਲ ਫਰਕ ਹੈ। ਹੁਣ ਕੀ ਨੈਰੇਟਿਵ ਹੈਗਾ ਕਿ ਪਹਿਲਾਂ ਫਾਦਰ ਹੈ, ਫਿਰ ਉਹਦੀ ਡਾਟਰ ਹੈ ਜਾਂ ਉਹਦਾ ਸਨ ਹੈ। ਅਸੀਂ ਪੋਲੀਟੀਕਲ ਨੈਰੇਟਿਵ ਹੀ ਚੇਂਜ ਕਰਤਾ, ਕਿਉਂਕਿ ਉਹ ਨੈਰੇਟਿਵ ਉਸ ਫੈਮਿਲੀ 'ਚ ਹੀ ਰਹਿੰਦਾ। ਉਹ ਫੈਮਿਲੀ ਨੂੰ ਜਿੰਨਾ ਪਤਾ ਹੈਗਾ ਉਨਾ ਹੀ ਉਸ ਲੋਕਾਂ ਨੂੰ ਦੱਸਿਆ ਜਾਂਦਾ ਹੈਗਾ, ਤੇ ਉਹਦੇ ਤੇ ਫਿਰ ਮੈਨੀਫੈਸਟੋ ਬਣ ਜਾਂਦਾ। ਮਿਨਿਸਟਰ ਹੈ, ਉਹ ਆਪਦੇ ਏਰੀਏ ਤੋਂ 4 ਗੱਲਾਂ ਪੁੱਛਣਗੇ ਉਹ, ਕਿਉਂਕਿ ਉਹਨਾਂ ਦੀ ਗਰਾਊਂਡ ਲੈਵਲ ਦੀ ਜਿਹੜੀ ਟ੍ਰੇਨਿੰਗ ਬੱਚੇ ਦੀ ਹੋਣੀ ਹੈ ਨਾ, ਸਟੂਡੈਂਟ ਲੀਡਰ ਦੇ ਤੌਰ ਤੇ, ਅਸੀਂ ਉਹਦੇ ਵਿੱਚ ਫੀਲ ਹੋਇਆ। ਇਹ ਨਗਾਰ ਹੈ ਜਿਹਦੀ ਅਸੀਂ ਚਿੰਤਾ ਕਰਦੇ ਹਾਂ, ਜਿਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ। ਤੁਸੀਂ ਦੇਖੋ ਇਹਨਾਂ ਨੇ ਇਲੈਕਸ਼ਨਾਂ ਹੀ ਬੰਦ ਕਰਵਾ ਦਿੱਤੀਆਂ। ਇਲੈਕਸ਼ਨਾਂ ਬੰਦ ਹੋਈਆਂ ਸੀਗੀਆਂ ਜਦੋਂ ਹਾਲਾਤ ਬੜੇ ਖਰਾਬ ਸੀਗੇ। ਹੁਣ ਤਾਂ ਪੀਸਫੁਲ ਲੱਗੇ। ਤੇ ਉਹ ਸਟੂਡੈਂਟ ਯੂਨੀਅਨ ਨੇ ਵੀ ਉਸ ਤਰੀਕੇ ਦੇ ਭਾਵੇਂ ਜਨਸੰਘ ਦੀ ਵੀ ਯੂਨੀਅਨ ਹੈਗੀ ਆ, ਕਾਂਗਰਸ ਦੀ ਵੀ ਹੈਗੀ ਆ, ਕਮਿਊਨਿਸਟਾਂ ਦੀਆਂ ਵੀ ਹੈਗੀਆਂ, ਖੱਬੇ ਸੱਜੇ ਪਾਰਟੀਆਂ ਦੀਆਂ ਵੀ ਹੈਗੀਆਂ, ਨਕਸਲੀਆਂ ਦੀਆਂ ਵੀ ਹੋਣਗੀਆਂ, ਸਾਰਿਆਂ ਦੀਆਂ ਹੈਗੀਆਂ, ਪਰ ਹੈਗੀਆਂ ਤਾਂ ਸੀ ਨਾ। ਨਹੀਂ, ਉਹਨਾਂ ਦੀ ਇੱਕ ਖੂਬਸੂਰਤੀ ਹੋਰ ਸੀਗੀ, ਉਹ ਇਸ਼ੂਜ਼ ਨੂੰ ਡਿਬੇਟ ਕਰਕੇ ਆਉਂਦੇ ਸੀ। ਬਿਲਕੁਲ। ਕਮਿਊਨਿਸਟਾਂ ਦੇ ਵਿੱਚ ਨਾ ਮੈਨੂੰ ਇੱਕ ਬਹੁਤ ਪਲੱਸ ਪੁਆਇੰਟ ਲੱਗਦਾ ਹੁੰਦਾ ਕਿ ਉਹ ਪਹਿਲਾਂ ਇਸ਼ੂ ਨੂੰ ਡਿਬੇਟ ਕਰਦੇ, ਉਹਦੇ ਪਲੱਸ ਮਾਈਨਸ ਸਾਰੇ, ਔਰ ਉਹਨਾਂ ਦੀ ਫਾਈਲ ਰੈਡੀ ਹੁੰਦੀ ਹੈ। ਇੱਥੇ ਫਾਈਲ ਨਹੀਂ ਰੈਡੀ ਹੁੰਦੀ, ਰਾਤ ਨੂੰ ਦੱਸਿਆ ਜਾਂਦਾ ਕਿ ਸਵੇਰੇ ਜਾ ਕੇ ਆਪਾਂ ਬੋਲਣਾ। ਨਹੀਂ, ਇੱਥੇ ਤਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨਾ, ਉੱਥੇ ਲੋਕਾਂ ਦੇ ਸਵਾਲਾਂ ਦਾ ਤਾਂ ਮਤਲਬ ਹੀ ਨਹੀਂ, ਲੀਡਰ ਨੇ ਬੋਲ ਜਾਣੀ ਆਪਣੀ ਗੱਲ, ਤੁਹਾਨੂੰ ਸੁਣਨੀ ਪੈਣੀ। ਤੁਸੀਂ ਉੱਥੇ ਸਵਾਲ ਕਰਨ ਦਾ ਨਾ ਤਾਂ ਕਿਸੇ ਦੇ ਜ਼ਰੂਰਤ ਹੈਗੀ ਆ ਤੇ ਨਾ ਕੋਈ ਜ਼ਰੂਰਤ ਸਮਝਦਾ। ਠੀਕ ਹੈ ਜੀ। ਹੁਣ ਗੱਲ ਇਹ ਆ ਕਿ ਜਿਹੜਾ ਇਹ ਨਿਘਾਰ ਜਿਹਦੇ ਬਾਰੇ ਆਪਾਂ ਚਿੰਤਾ ਕਰ ਰਹੇ ਹਾਂ, ਚਰਚਾ ਕਰ ਰਹੇ ਹਾਂ, ਇਹ ਨਿਘਾਰ ਕੀ ਲੱਗਦਾ ਕਿ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਸਾਡੀ ਜਿਹੜੀ ਚਿੰਤਾ, ਇਹ ਲੋਕਾਂ ਦੀ ਚਿੰਤਾ ਵੀ ਬਣੂਗੀ? ਇਹਦੇ ਵਿੱਚ ਕਰੈਕਸ਼ਨ ਤਾਂ ਡੈਫੀਨਿਟਲੀ ਹੋਊਗੀ ਕਿ ਜੋ ਪੋਲੀਟੀਕਲ ਪਾਰਟੀਆਂ ਮੈਨੀਫੈਸਟੋ ਗਲਤ ਲੈ ਕੇ ਆ ਰਹੀਆਂ ਨੇ, ਇਸ ਵੇਲੇ ਉਹ ਪੋਲੀਟੀਕਲ ਪਾਰਟੀਆਂ ਮੈਨੀਫੈਸਟੋ ਲਿਆਉਣ ਦੀ ਜ਼ਰੂਰਤ ਨਹੀਂ ਕਰਨਗੀਆਂ, ਕਿਉਂਕਿ ਲੋਕ ਬਹੁਤ ਸੁਚੇਤ ਹੋ ਚੁੱਕੇ ਨੇ। ਤਕਰੀਬਨ ਸਾਰੇ ਲੋਕ ਇਸ ਟਾਈਮ ਸੜਕਾਂ ਤੇ ਨੇ, ਕੁਛ ਤਾਂ ਕੋਵਿਡ ਕਰਕੇ ਤੇ ਕੁਛ ਆਪਣੀਆਂ ਜੌਬਸ ਕਰਕੇ। ਤੁਹਾਨੂੰ ਲੱਗਦਾ ਵੀ ਜਿੱਦਾਂ ਕਿਸਾਨਾਂ ਨੇ ਇੱਕ ਮਤਲਬ ਉਹ ਸੈਂਟਰ ਗਵਰਨਮੈਂਟ ਨੂੰ ਸਾਹਮਣੇ ਬਿਠਾ ਕੇ ਕੱਲੇ ਮੁੱਦੇ ਉੱਤੇ ਘੇਰ ਕੇ ਉਹ ਉਹਨਾਂ ਦੀ ਡਿਬੇਟ ਦਾ ਲੈਵਲ ਸੀ। ਹਾਂਜੀ, ਇਹ ਹੁਣ ਪੰਜਾਬ ਦੇ ਪਿੰਡਾਂ 'ਚ ਹੋਣ ਜਾ ਰਿਹਾ। ਬਿਲਕੁਲ ਹੋਣ ਜਾ ਰਿਹਾ। ਇਹ ਭਾਵੇਂ ਕੋਈ ਪਾਰਟੀ ਆ ਜਾਵੇ, ਉਹਨਾਂ ਨੇ ਪੁੱਛਣਾ ਵੀ ਆਹ ਤੁਹਾਡਾ ਮੈਨੀਫੈਸਟੋ ਆ, ਸਾਨੂੰ ਦੱਸੋ।
ਮੈਂ ਤੁਹਾਨੂੰ ਇੱਕ ਗੱਲ ਦਾ ਪੁਰਾਣੀ ਦਾ ਉਦਾਹਰਨ ਦੇਣੀ ਚਾਹੁੰਦਾ ਜੀ। ਸਾਡੇ ਉੱਥੇ ਇਲਾਕੇ ਦੇ ਵਿੱਚ ਇੱਕ ਹੁੰਦੀ ਸੀ ਜੀ, ਉਹਦਾ ਨਾਂ ਸੀ ਇਲਾਕਾ ਨੌਜਵਾਨ ਸਭਾ। ਇਲਾਕਾ ਨੌਜਵਾਨ ਸਭਾ ਨਾਲ ਬਣਾਈ ਹੋਈ ਸੀ। ਉਹ ਬੜੀ ਵੱਡਾ ਵਾਸਟ ਉਹਦਾ ਸੀਗਾ। ਉਹਨਾਂ ਦਿਨਾਂ 'ਚ ਇਲੈਕਸ਼ਨ ਆ ਗਈ। ਇਲੈਕਸ਼ਨ ਆ ਗਈ ਤੇ ਸਾਡੇ ਇਲਾਕੇ ਤੋਂ ਖੜੇ ਹੁੰਦੇ ਸੀ ਜੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਬਲਵੰਤ ਸਿੰਘ, ਜਿਹੜੇ ਫਾਈਨੈਂਸ ਮਿਨਿਸਟਰ ਬਣਦੇ ਰਹੇ, 2-3 ਵਾਰੀ ਉੱਥੋਂ ਜਿੱਤੇ। ਉਹਨਾਂ ਇਲਾਕਾ ਨੌਜਵਾਨ ਸਭਾ ਨੇ ਇੱਕ ਇਕੱਠ ਰੱਖ ਲਿਆ ਕਿ ਭਾਈ ਅਸੀਂ ਇੱਕ ਸਵਾਲਨਾਮਾ ਬਣਾਇਆ। ਆਹ ਸਵਾਲਨਾਮਾ ਅਸੀਂ ਸਾਰੇ ਜਿਹੜੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਭੇਜ ਰਹੇ ਹਾਂ, ਤੇ ਤੁਸੀਂ ਇਸ ਸਵਾਲਨਾਮੇ ਤੇ ਜਵਾਬ ਦੇਣ ਵਾਸਤੇ ਫਲਾਨੀ ਜਗ੍ਹਾ ਤੇ ਸਟੇਜ ਲਾਈ ਹੋਈ, ਉੱਥੇ ਆਓ। ਲੋਕਾਂ ਦਾ ਵੀ ਇਕੱਠ ਸੀਗਾ। ਇਹ ਸ਼ਾਹਕੋਟ ਦੀ ਗੱਲ ਹੈ ਜੀ। ਲੋਕਾਂ ਦਾ ਵੀ ਇਕੱਠ ਸੀ ਬਹੁਤ ਵੱਡਾ, ਔਰ ਉਹ ਲੀਡਰਾਂ ਨੇ ਵੀ ਆਉਣਾ ਸੀ। ਸਿਰਫ 2 ਕੈਂਡੀਡੇਟ ਆਏ ਜੀ। ਸਿਰਫ 2 ਕੈਂਡੀਡੇਟ ਆਏ ਕਿ ਜਵਾਬ ਦੇਣਾ ਪਊਗਾ। ਹਾਂਜੀ, ਬਾਕੀ ਕੈਂਡੀਡੇਟ ਆਏ ਹੀ ਨਹੀਂ। ਜਿਨ੍ਹਾਂ ਦੋਨਾਂ ਚੋਂ ਇੱਕ ਕੈਂਡੀਡੇਟ ਦਾ ਮੈਂ ਨਾਂ ਲੈਣਾ ਚਾਹੁੰਦਾ ਜੀ, ਉਹ ਸੀ ਚਰਨਜੀਤ ਰੇੜਵਾ ਨਾਮ ਸੀ ਉਹਦਾ। ਚਰਨਜੀਤ ਰੇੜਵਾ ਨੂੰ ਪੁੱਛਿਆ ਗਿਆ ਕਿ ਭਾਈ ਆਹ ਸਵਾਲਨਾਮਾ ਦੁਬਾਰਾ ਪੜ੍ਹ ਦਿੰਦੇ। ਸਟੇਟ ਸੈਕਟਰੀ ਨੇ ਦੁਬਾਰਾ ਪੜ੍ਹ ਦਿੱਤਾ। ਉਹਨੇ ਕਹਿਤਾ ਜੀ ਇਹ ਤਾਂ ਜਦੋਂ ਮੈਨੂੰ ਵੋਟਾਂ ਪਾਓ, ਮੈਨੂੰ ਜਿਤਾਓ, ਤੇ ਫੇਰ ਉੱਥੇ ਦੇਖਾਂਗੇ ਜਾ ਕੇ ਅੰਦਰ ਕੀ ਹੁੰਦਾ। ਹਾਂਜੀ। ਦੂਜਾ ਸੀਗਾ ਬਲਵੰਤ ਸਿੰਘ ਕੈਂਡੀਡੇਟ ਅਕਾਲੀ ਦਲ ਵੱਲੋਂ, ਉਹ ਹੰਡਿਆ ਵਰਤਿਆ ਕੈਂਡੀਡੇਟ ਸੀਗਾ। ਉਹਨੇ ਬੜੇ ਬਣਾ ਸਵਾਰ ਕੇ ਇਹ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ। ਹੁਣ ਉੱਥੇ ਲੋਕਾਂ 'ਚ ਪ੍ਰਭਾਵ ਕੀ ਚੱਲਾ ਗਿਆ ਕਿ ਆਹ ਕੈਂਡੀਡੇਟ ਚੰਗਾ। ਉਹ ਜਿੱਤ ਉਹਨੇ ਉਂਝ ਵੀ ਜਾਣਾ ਸੀਗਾ, ਪਰ ਲੋਕਾਂ 'ਚ ਪ੍ਰਭਾਵ ਇੱਕ ਉਸ ਤਰੀਕੇ ਦਾ ਚਲਾ ਗਿਆ। ਉੱਥੇ ਕਹਿਣਾ ਪਿਆ, ਉਹ ਪ੍ਰਬੰਧਕਾਂ ਨੂੰ ਕਹਿਣਾ ਪਿਆ ਕਿ ਅਸੀਂ ਇਸ ਕੈਂਡੀਡੇਟ ਦੀ ਹਮਾਇਤ ਵਾਸਤੇ ਜਾਂ ਇਹਨੂੰ ਜਿਤਾਉਣ ਵਾਸਤੇ ਇਹ ਇਕੱਠ ਨਹੀਂ ਕੀਤਾ। ਅਸੀਂ ਤਾਂ ਇਹ ਮੰਗਾਂ ਤੁਹਾਡੇ ਸਾਹਮਣੇ ਬਣਾਈਆਂ ਕਿ ਕੱਲ ਨੂੰ ਇਹਨੂੰ ਚੇਤੇ ਕਰਾਉਂਦੇ ਰਹੀਓ। ਬਿਲਕੁਲ ਠੀਕ ਹੈ। ਚੇਤੇ ਰਹਿੰਦੀਆਂ ਕਿ ਨਹੀਂ ਰਹਿੰਦੀਆਂ, ਮੈਨੂੰ ਲੱਗਦਾ ਕਿ ਉਹ ਪ੍ਰਕਿਰਿਆ ਦੁਬਾਰਾ ਸ਼ੁਰੂ ਕਰਨ ਦੀ ਲੋੜ ਹੈ। ਬਿਲਕੁਲ ਸ਼ੁਰੂ ਕਰਨ ਦੀ। ਸਿੱਟੇ ਉਹਦੇ ਕੀ ਨਿਕਲਦੇ ਆ ਚਲੋ ਇਹ ਤਾਂ ਬਾਅਦ ਦੀ ਗੱਲ ਹੈ, ਪਰ ਲੋਕਾਂ 'ਚ ਅਵੇਅਰਨੈਸ ਜ਼ਰੂਰ ਜਿਹੜੀ ਆ ਜਾਊਗੀ। ਰਾਜਨੀਤੀ ਦੇ ਵਿੱਚ ਹਮੇਸ਼ਾ ਹੀ ਜਿਹੜੀ ਹੈ ਨਾ, ਇਹ ਚਰਨਿੰਗ ਹੋਣੀ ਚਾਹੀਦੀ ਹੈ ਕਿ ਕੀ ਗਲਤ ਹੈ ਕੀ ਠੀਕ ਹੈ। ਅਦਰਵਾਈਜ਼ ਜੇ ਡਿਬੇਟ ਨਾ ਹੋਵੇ ਲੋਕਾਂ ਦੇ ਵਿੱਚ, ਤਾਂ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਆਪਦਾ ਏਜੰਡਾ ਤੁਹਾਨੂੰ 100 ਸਾਲ ਤੁਹਾਡੇ ਤੇ ਰੂਲ ਕਰੀ ਜਾਣ। ਕੀ ਕਹਿਣਾ ਚਾਹੋਗੇ, ਸੁਨੇਹਾ ਕੀ ਦਿੰਦੇ ਤੁਸੀਂ ਜੀ ਇਸ ਸਿਚੁਏਸ਼ਨ ਜਿਹੜੀ ਪ੍ਰੀਵੇਲਿੰਗ ਸਿਚੁਏਸ਼ਨ ਹੈਗੀ ਹੈ ਇਸ ਟਾਈਮ? ਮੇਰਾ ਇੱਕ ਤਾਂ ਮੈਸੇਜ ਇਹ ਹੈਗਾ ਕਿ ਜਿੰਨਾ ਵੋਟਰ ਹੈਗਾ ਉਹ ਬਹੁਤ ਸੁਚੇਤ ਹੈ ਕਿ ਮਾੜੇ ਬੰਦੇ ਨੂੰ ਇਲੈਕਟ ਨਾ ਕਰੋ, ਪਾਰਟੀ ਚਾਹੇ ਉਹਨਾਂ ਦੀ ਕੋਈ ਹੋਵੇ। ਅੱਛਾ ਬੰਦਾ ਜਿਹੜਾ ਹੈ ਕਿਸੇ ਵੀ ਪਾਰਟੀ ਵਿੱਚ ਹੋਵੇ ਤਾਂ ਸਾਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਹੈ। ਸੈਕੰਡਲੀ ਇਹ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਹੈਗੇ ਆ, ਉਹਨਾਂ ਦੇ ਆਪਦੇ ਤੁਹਾਡੇ ਘਰੇ ਸਵਾਲ ਲਿਖੇ ਹੋਣੇ ਚਾਹੀਦੇ ਨੇ। ਜਦੋਂ ਆਉਂਦੇ ਨੇ ਉਹ ਸਵਾਲਾਂ ਦੀ ਕਾਪੀ ਉਹਨਾਂ ਨੂੰ ਹੈਂਡ ਓਵਰ ਕਰਨੀ ਚਾਹੀਦੀ ਹੈ। ਇੱਕ ਕਾਪੀ ਜਿਹੜੀ ਹੈਗੀ ਆ ਉਹ DC ਦੇ ਥਰੂ ਚੀਫ ਮਿਨਿਸਟਰ ਆਫਿਸ ਨੂੰ ਭੇਜਣੀ ਚਾਹੀਦੀ ਹੈਗੀ ਆ, ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਇਹ ਚੀਜ਼ਾਂ ਦੁਬਾਰਾ ਰਿਪੀਟ ਹੋਣ। ਕਿਉਂਕਿ ਜੇ ਇਹ ਚੀਜ਼ਾਂ ਦੁਬਾਰਾ ਰਿਪੀਟ ਹੋ ਗਈਆਂ ਤਾਂ 5 ਸਾਲ ਫਿਰ 5 ਸਾਲ ਦੇ ਰਹੇ। ਸੋਸ਼ਲ ਮੀਡੀਆ ਤੇ ਵੀ ਇਹਨਾਂ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ। ਸੋਸ਼ਲ ਮੀਡੀਆ ਮੈਂ ਦੇਖ ਰਿਹਾ ਕਿ ਸੋਸ਼ਲ ਮੀਡੀਆ ਤੇ ਬਹੁਤ ਸਵਾਲ ਪੁੱਛੇ ਜਾਂਦੇ ਨੇ, ਬਹੁਤ ਸਵਾਲ ਪੁੱਛੇ ਜਾਂਦੇ ਨੇ। ਤਾਂ ਇਹਨਾਂ ਨੂੰ ਜਦੋਂ ਆਪ ਆਈ ਸੀ ਲੋਕਾਂ ਨੂੰ ਬਹੁਤ ਇਹਨਾਂ ਦੇ ਐਕਸਪੈਕਟੇਸ਼ਨਸ, ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਸੀ। ਤੇ ਜਿੰਨਾ ਯੂਥ ਸੀ ਮੈਂ ਸੋਚ ਰਿਹਾ ਸੀ ਉਹ ਸਾਰਾ ਇਹਨਾਂ ਦੇ ਮੈਜੋਰਿਟੀ ਇਹਨਾਂ ਨਾਲ ਸੀ। ਈਵਨ ਲੈਫਟ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਵੀ ਲੱਗਦਾ ਸੀ ਕਿ ਇਹ ਠੀਕ ਲੋਕ ਨੇ, ਤੇ ਪਰ ਡਿਲੀਵਰ ਨਹੀਂ ਕਰ ਪਾਏ। ਦਿੱਲੀ ਵਿੱਚ ਡਿਲੀਵਰ, ਜਿਹੜਾ ਦਿੱਲੀ ਦਾ ਮਾਡਲ ਹੈ ਨਾ ਉਹ ਡਿਫਰੈਂਟ ਹੈ, ਉਹਦੇ ਹਾਲਾਤ ਹੀ ਹੋਰ ਹੈ। ਉਹਨਾਂ ਦੇ ਹਾਲਾਤ ਹੋ ਰਹੇ ਨੇ। ਪੰਜਾਬ ਦਾ ਵੋਟਰ ਜਿਹੜਾ ਹੈਗਾ ਉਹ ਆਪਦੀ ਜ਼ਮੀਨ ਨਾਲ ਤੇ ਆਪਦੇ ਘਰ ਨਾਲ ਜੁੜਿਆ। ਇਹਦੀਆਂ ਮੁਸ਼ਕਲਾਂ ਡਿਫਰੈਂਟ ਹੈ। ਉੱਥੇ ਮੁਸ਼ਕਲਾਂ ਹੋਰ ਹੈ। ਉੱਥੇ ਮੈਜੋਰਿਟੀ ਜਿਹੜੀ EMPLOYEES ਦੀ ਹੈ ਜਾਂ ਛੋਟੇ ਕਾਰੋਬਾਰੀਆਂ ਦੀ ਹੈ। ਇੱਥੇ ਮੈਜੋਰਿਟੀ ਕਿਸਾਨਾਂ ਦੀ ਹੈ ਜਾਂ ਮਜ਼ਦੂਰਾਂ ਲੇਬਰ ਦੀ ਹੈ। ਸੈਕੰਡਲੀ ਕੀ ਹੈ, ਇੱਥੇ ਸਾਡਾ ਇੱਕ ਤਾਣਾ ਬਾਣਾ ਸਾਡੇ ਰਿਸ਼ਤੇਦਾਰੀਆਂ ਨੇ। ਹਾਂਜੀ, ਦਿੱਲੀ ਵਿੱਚ ਇਹ ਰਿਸ਼ਤੇਦਾਰੀਆਂ ਹੈ ਹੀ ਨਹੀਂ। ਉੱਥੇ ਤਾਂ ਕੋਣੇ ਉਸ ਤਾਣੇ ਬਾਣੇ ਦੇ ਵਿੱਚ ਵੀ ਅਸੀਂ ਵਿਚਰ। ਹਾਂਜੀ ਹਾਂਜੀ। ਤਾਂ ਮੇਰੀ ਇਹ ਵੀ ਚਾਰੋਂ ਪਾਰਟੀਆਂ ਨੂੰ ਆਉਣਾ ਚਾਹੀਦਾ, ਆਪਦੇ ਮੈਨੀਫੈਸਟੋ ਠੀਕ ਲੈ ਕੇ ਆਉਣ ਲੋਕਾਂ ਕੋਲੇ, ਤੇ ਟੀਵੀ ਤੇ ਡਿਬੇਟਸ ਹੋਣੀਆਂ ਚਾਹੀਦੀਆਂ। ਲੋਕੀ ਇਹਨਾਂ ਦੀਆਂ ਡਿਬੇਟਸ ਸੁਣ ਕਿ ਟੀਵੀ ਵਾਲੇ ਐਂਕਰ ਜਿਹੜੇ ਆ ਉਹ ਪਿਛਲਾ ਮੈਨੀਫੈਸਟੋ ਇਹਨਾਂ ਦੇ ਮੂਹਰੇ ਰੱਖਣ ਤੇ ਆਉਣ ਵਾਲਾ ਮੈਨੀਫੈਸਟੋ ਜਿਹੜਾ ਹੈ ਉਹ ਲੋਕਾਂ ਨੂੰ ਉਹ ਤੇ ਸਵਾਲ ਕਰਨਾ, ਲੋਕਾਂ ਦੇ ਬਿਹਾਫ ਤੇ ਸਵਾਲ ਕਰਨਾ। ਜਿੰਨੇ ਜਿਹੜਾ ਟੀਵੀ ਤੇ ਮੀਡੀਆ ਹੈਗਾ ਇਹ ਲੋਕਾਂ ਨੂੰ ਐਜੂਕੇਟ ਕਰ ਦੂਗਾ, ਉਨੀ ਵਧੀਆ ਸਰਕਾਰ ਸੀ। ਅਜੇ ਸਮਾਂ ਕਾਫੀ ਹੈ ਜੀ। ਮੈਨੂੰ ਲੱਗਦਾ ਕਿ ਅਸੀਂ ਇਸ ਜਿਹੜੀ ਪ੍ਰੋਸੈਸ ਹੈ ਇਹਨੂੰ ਕੰਟੀਨਿਊ ਰੱਖਾਂਗੇ। ਤੇ ਅੱਜ ਮੈਨੀਫੈਸਟੋ ਦੀ ਗੱਲ ਕੀਤੀ ਹੈ, ਬਹੁਤ ਸਾਰੀਆਂ ਮੰਗਾਂ ਜਿਹੜੀਆਂ ਅਸੀਂ ਐਡ ਕਰਾਂਗੇ। ਖੁਦ ਵੀ ਚਾਹਾਂਗੇ ਕਿ ਉਹ ਮੰਗਾਂ ਜਿਹੜੀਆਂ ਉਹ ਐਡ ਹੋਣ, ਮੈਨੀਫੈਸਟੋ ਦੇ ਵਿੱਚ ਸ਼ਾਮਲ ਹੋਣ, ਤੇ ਲੋਕੀ ਵੀ ਉਹਨਾਂ ਨੂੰ ਸਵਾਲ ਕਰਨ। ਇਹਦੇ ਲਈ ਤੁਹਾਡੇ ਸਾਰਿਆਂ ਦੀ ਫੀਡਬੈਕ ਦੀ ਲੋੜ ਹੈ। ਤੁਸੀਂ ਵੀ ਇਸ ਚਰਚਾ ਦੇ ਵਿੱਚ ਸ਼ਾਮਲ ਹੋ ਸਕਦੇ ਹੋ, ਕਦੀ ਵੀ ਸਟੂਡੀਓ 'ਚ ਆ ਸਕਦੇ ਹੋ। ਜਿਹੜੇ ਲੋਕ ਵਿਨੀਪੈਗ 'ਚ ਰਹਿੰਦੇ ਉਹ ਵੀ, ਜਾਂ ਕਿਤੇ ਵਿਨੀਪੈਗ ਤੋਂ ਬਾਹਰ ਹੈਗੇ ਆ, ਪੰਜਾਬ ਨਾਲ ਲਗਾਅ ਰੱਖਦੇ, ਪਿਆਰ ਕਰਦੇ ਆ, ਉੱਥੇ ਉਸ ਜਨਮ ਭਵਨ ਦੇ ਨਾਲ ਜੁੜੇ ਹੋਏ ਜੜ੍ਹਾਂ ਉੱਥੇ ਹੈਗੀਆਂ, ਤਾਂ ਉਹ ਜ਼ੂਮ ਤੇ ਆ ਕੇ ਵੀ ਸਾਡੇ ਨਾਲ ਗੱਲ ਕਰ ਸਕਦੇ ਆ। ਅਸੀਂ ਇਸ
'ਚ ਵਿਚਾਰ ਚਰਚਾ ਨੂੰ ਵਸੀਹ ਕਰਨਾ ਚਾਹੁੰਦੇ ਹਾਂ, ਡਿਟੇਲਡ ਕਰਨਾ ਚਾਹੁੰਦੇ ਹਾਂ, ਇਹਦਾ ਦਾਇਰਾ ਵੱਡਾ ਕਰਨਾ ਚਾਹੁੰਦੇ ਹਾਂ। ਇਹਦੇ ਵਿੱਚ ਤੁਹਾਡੇ ਵੱਲੋਂ ਪਾਇਆ ਗਿਆ ਯੋਗਦਾਨ ਬੜਾ ਮਹੱਤਵਪੂਰਨ ਹੈ। ਅਸੀਂ ਤਾਂ ਸ਼ੁਰੂਆਤ ਕੀਤੀ ਹੈ, ਧੰਨਵਾਦੀ ਤੁਹਾਡੇ ਬਰਾੜ ਸਾਹਿਬ, ਤੁਸੀਂ ਅੱਜ ਸ਼ੁਰੂਆਤ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੈ। ਔਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਦੋਂ ਤੱਕ ਇਲੈਕਸ਼ਨ ਹੀ ਹੋ ਜਾਂਦੀ, ਅਸੀਂ ਇਸ ਲੜੀ ਨੂੰ ਕੰਟੀਨਿਊ ਤੋਰੀ ਰੱਖਾਂਗੇ। ਥੈਂਕ ਯੂ ਵੈਰੀ ਮਚ। ਸਾਡੀ ਬਸ ਇੱਕ ਵਿਸ਼ ਹੈ ਕਿ ਪੰਜਾਬ ਨੂੰ ਇੱਕ ਅੱਛੀ ਸਰਕਾਰ ਮਿਲੇ। ਬਿਲਕੁਲ ਜੀ, ਥੈਂਕ ਯੂ ਵੈਰੀ ਮਚ।